पर वैसे तो कई तो लोग ये भी कहते हैं कि अजे पंजाब च नशा लभण लई फिर भी थोड़ा बहुत डर सी ते काम सौखा सी, इत्थे ते उस नालों भी आसानी नाल मिल जांदा। As far as drugs are concerned, your kid is just 3 or 4 doses away from death. क्योंकि 2 ਜਾਂ 3 ਡੋਜ਼ ਜਿਹੜੇ ਉਹ ਲਊਗਾ ਉਹ ਐਡਿਕਟਡ ਹੋ ਜਾਊਗਾ, ਉਸ ਤੋਂ ਬਾਅਦ ਉਹ ਤੋਂ ਛੱਡ ਨਹੀਂ ਹੋਣੀ, ਫਿਰ ਉਸ ਤੋਂ ਬਾਅਦ ਦੈਨ ਹੀ ਇਜ਼ ਜਸਟ ਵੇਟਿੰਗ ਫਿਰ ਉਹਦਾ ਜਿਹੜਾ Yeah. ਅੰਤ ਫਿਰ ਡੈਥ ਹੀ ਹੈ। ਸਾਡਾ ਜਿਹੜਾ ਮਿਊਜ਼ਿਕ ਹੈ ਉਹ ਇਹਨੂੰ ਗਲੋਰੀਫਾਈ ਕਰਦਾ। ਉਹ ਤਾਂ ਇਉਂ ਲੱਗਦਾ ਵੀ ਜਿਵੇਂ ਐਡਵਰਟਾਈਜ਼ ਕਰ ਰਹੇ ਹੋਣ ਡਰੱਗਸ ਵਾਸਤੇ, ਜਿਹੜਾ ਅੱਜ ਕੱਲ੍ਹ ਦਾ ਮਿਊਜ਼ਿਕ ਚੱਲ ਰਿਹਾ। ਅਤੇ ਫਿਰ ਮੈਰੋਆਨਾ ਅਸੀਂ ਇੱਥੇ ਲੀਗਲਾਈਜ਼ ਇਸ ਕੰਟਰੀ 'ਚ ਕੀਤਾ ਹੋਇਆ। ਸ਼ਰਾਬ ਨੂੰ ਸਾਡੇ ਕੰਟਰੀ 'ਚ, ਸਾਡੇ ਕਲਚਰ 'ਚ ਬਹੁਤ ਜ਼ਿਆਦਾ ਮਾਣ ਦਿੱਤਾ ਗਿਆ, ਜਿਵੇਂ ਕੋਈ ਬੜੇ ਮਾਣ ਵਾਲੀ ਗੱਲ ਹੋਏ ਸ਼ਰਾਬ ਪੀਣਾ। ਇਹ ਜਿਹੜੀ ਹੈਗੀ ਸਾਰੇ ਡਰੱਗਸ ਦੇ ਨਾਲ ਜਿਹੜੀ ਹੈਗੀ ਆ ਉਹ ਮਿਕਸ ਹੋ ਰਹੀ ਹੈਗੀ ਹੈ। ਔਰ ਇਹ ਜਿਹੜੀ ਡਰੱਗ ਹੈਗੀ ਹੈ ਇਹ ਬੇਸਿਕਲੀ ਜੇ ਕਿਸੇ ਵੀ ਚੀਜ਼ ਨਾਲ ਲੇਸ ਕੀਤੀ ਹੋਏ ਤਾਂ ਨਾ ਤਾਂ ਕੋਈ ਸਮੈਲ ਹੈਗਾ, ਨਾ ਇਹਦਾ ਕੋਈ ਟੇਸਟ ਹੈਗਾ, ਬਹੁਤ ਚੀਪ ਹੈਗੀ ਹੈ, ਕਿੱਕ ਬੜੀ ਮਿਲਦੀ ਹੈ ਇਹਦੇ ਵਿੱਚ, ਜਿਹਨੂੰ ਕਹਿੰਦੇ ਹੈਗੇ ਨਸ਼ਾ ਬੜਾ ਆਉਂਦਾ ਹੈਗਾ। ਔਰ ਇਹ ਤੁਸੀਂ ਐਡਿਕਸ਼ਨ ਤੋਂ ਸਿਰਫ 2 ਜਾਂ 3 ਵਾਰ ਹੀ ਤੁਸੀਂ ਲੈਣੀ ਹੈਗੀ, ਉਸ ਤੋਂ ਬਾਅਦ ਤੁਸੀਂ ਐਡਿਕਟਡ ਹੈਗੇ। ਸ਼ੀਸ਼ੇ ਦੇ ਵਿੱਚ ਛੋਟਾ ਜਿਹਾ ਜਿਹੜਾ ਕਿ ਕੈਮਰੇ ਤੇ ਪ੍ਰੋਬਬਲੀ ਦੱਸਣਾ ਮੁਸ਼ਕਿਲ ਹੈਗਾ, ਇਹ ਛੋਟਾ ਜਿਹਾ ਇਹਦੇ 'ਚ ਪੀਸ ਪਾਇਆ ਹੈਗਾ। ਸੋ ਬੇਸਿਕਲੀ ਆਹ ਜਿਹੜਾ ਪੀਸ ਹੈਗਾ ਇਹ ਪ੍ਰੋਬਬਲੀ ਅਗਰ ਅਸੀਂ ਇਕੁਅਲੀ ਇਹਨੂੰ 2 ਭਾਗਾਂ ਵਿੱਚ ਡਿਵਾਈਡ ਕਰੀਏ ਵੇਟ ਦੇ ਹਿਸਾਬ ਨਾਲ, ਇੱਕ ਭਾਗ ਤੁਸੀਂ ਕੰਜ਼ਿਊਮ ਕਰੋ, ਇੱਕ ਭਾਗ ਮੈਂ ਕੰਜ਼ਿਊਮ ਕਰਾਂ, ਅਤੇ ਤੁਹਾਡਾ ਜਿਹੜਾ ਭਾਗ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਆ ਉਹ ਕਿੱਕ ਦੇਵੇਗਾ, ਮੇਰਾ ਜਿਹੜਾ ਭਾਗ ਹੈਗਾ ਉਹ ਮੈਨੂੰ ਓਵਰਡੋਜ਼ ਕਰ ਦੇਗਾ। ਸਾਰਾ ਸਿਸਟਮ ਹੀ ਚੇਂਜ ਹੋ ਗਿਆ, ਸਾਰਾ ਸਿਨੈਰੀਓ ਚੇਂਜ ਹੋ ਗਿਆ। ਹੁਣ ਇਹ ਫੀਮ ਖਾਣ ਵਾਲੀ ਗੱਲ ਨਹੀਂ ਹੈ, ਨਾ ਹੁਣ ਇਹ ਡੋਡੇ ਲੈਣ ਵਾਲੀ ਗੱਲ ਹੈ, ਜਾਂ ਇਹ ਨਾ ਸ਼ਰਾਬ ਪੀਣ ਵਾਲੀ ਗੱਲ ਹੈ, ਸਿੱਧਾ ਮੌਤ ਨੂੰ ਸੱਦਾ ਦੇਣ ਵਾਲੀ ਗੱਲ। ਸੋ ਤੁਹਾਨੂੰ ਲੱਗੇਗਾ ਇਹ ਕਿ ਅਸਲੀ ਫੀਮ ਤਾਂ ਮੈਨੂੰ ਇਹਨੇ ਦਿੱਤੀ ਹੈ। ਯੈਸ, ਜਿਹਨੇ ਨਾਲ ਵਿੱਚ ਫੈਂਟਨਲ ਮਿਕਸ ਕੀਤੀ। ਯੈਸ, ਔਰ ਉਹ ਤਾਂ ਕਿੰਨੀ ਵਾਰ ਦੇਣੀ ਹੈਗੀ ਮਿਕਸਡ, ਸਿਰਫ 2 ਵਾਰ ਤੋਂ 3 ਵਾਰ, ਦੈਨ ਯੂ ਹੁਕਡ। ਫਿਰ ਤਾਂ ਤੁਸੀਂ ਉਹ ਤੋਂ ਹੀ ਲਓਗੇ ਕਿਉਂਕਿ ਉਹ ਮਿਕਸ ਕਰਕੇ ਦੇ ਰਿਹਾ ਹੈਗਾ, ਪਰ ਤੁਹਾਨੂੰ ਨਹੀਂ ਅੰਦਾਜ਼ਾ ਉਹਦਾ। ਪੰਜਾਬ 'ਚ ਨਸ਼ਿਆਂ ਦੀ ਗੱਲ ਬਹੁਤ ਕੀਤੀ ਜਾਂਦੀ ਹੈ, ਪਰ ਕੈਨੇਡਾ 'ਚ ਨਸ਼ਿਆਂ ਦੀ ਪ੍ਰੋਬਲਮ ਕਿੰਨੀ ਕੁ ਵੱਡੀ ਹੈ ਇਸ ਬਾਰੇ ਸ਼ਾਇਦ ਸਾਰਿਆਂ ਨੂੰ ਅੰਦਾਜ਼ਾ ਨਹੀਂ ਹੈ, ਅਤੇ ਅੱਜ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ। ਪੰਜਾਬ 'ਚ ਅਕਸਰ ਅਸੀਂ ਪੈਰੈਂਟਸ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਜੀ ਪੰਜਾਬ 'ਚ ਨਸ਼ੇ ਬਹੁਤ ਵੱਧ ਗਏ ਨੇ, ਅਤੇ ਇਸ ਕਰਕੇ ਉਹ ਕਿਸੇ ਵੀ ਕੀਮਤ 'ਤੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਨੇ ਤਾਂ ਕਿ ਉਹ ਨਸ਼ਿਆਂ ਤੋਂ ਬਚੇ ਰਹਿਣ। ਪਰ ਅੱਗੇ ਕੈਨੇਡਾ ਦੀ ਕੀ ਹਕੀਕਤ ਹੈ, ਇਸ ਨੂੰ ਜਾਣਨ ਲਈ ਅਸੀਂ ਬੇਨਤੀ ਕੀਤੀ ਹੈ। ਸਾਡੇ ਨਾਲ ਟੋਰਾਂਟੋ ਪੁਲਿਸ ਆਫਿਸਰ ਅਮਰਜੀਤ ਕਾਹਲੋਂ ਨੇ। ਆਫਿਸਰ, ਤੁਹਾਡਾ ਰੋਜ਼ ਦਾ ਕੰਮ ਹੈ, ਤੁਸੀਂ ਡੀਲ ਕਰਦੇ ਹੋ ਇਸ ਪ੍ਰੋਬਲਮ ਨਾਲ, ਸੋ ਤੁਹਾਡੇ ਨਾਲੋਂ ਵੱਧ ਔਥੈਂਟਿਕ ਅਤੇ ਸਹੀ ਇਨਫੋਰਮੇਸ਼ਨ ਸ਼ਾਇਦ ਹੋਰ ਕਿਸੇ ਕੋਲ ਨਾ ਹੋਵੇ। ਅਤੇ ਇੱਥੇ ਜਦੋਂ ਹੁਣ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਜਿਹਦੇ 'ਚ ਸਾਡੇ ਯੰਗ ਜਿਹੜੇ ਸਟੂਡੈਂਟ ਨੇ ਉਹ ਵੀ ਸ਼ਾਮਲ ਹੁੰਦੇ ਨੇ, ਤਾਂ ਇਹ ਕਿੰਨੀ ਕੁ ਵੱਡੀ ਪ੍ਰੋਬਲਮ ਹੈ ਤੁਹਾਡੇ ਹਿਸਾਬ ਨਾਲ, ਕਿਉਂਕਿ ਤੁਸੀਂ ਸਾਰੀਆਂ ਕਮਿਊਨਿਟੀਜ਼ ਨਾਲ ਤੁਹਾਡਾ ਵਾਹ ਪੈਂਦਾ ਹੈ, ਆਪਣੀ ਕਮਿਊਨਿਟੀ 'ਚ ਕਿੰਨੀ ਕੁ ਸੀਰੀਅਸ ਪ੍ਰੋਬਲਮ ਹੈ? ਪਹਿਲਾਂ ਜੀ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ, ਐਂਡ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੱਥੇ ਇਨਵਾਈਟ ਕੀਤਾ ਔਰ ਇਸ ਟੌਪਿਕ ਬਾਰੇ ਆਪਾਂ ਗੱਲ ਕਰ ਰਹੇ ਹਾਂ। ਬੜਾ ਸੈਂਸਿਟਿਵ ਟੌਪਿਕ ਹੈਗਾ, ਐਂਡ ਓਬਵੀਅਸਲੀ ਅਸੀਂ ਪੰਜਾਬ ਤੋਂ ਕਿਸੇ ਵੀ ਟੌਪਿਕ 'ਤੇ ਕਿਸੇ ਵੀ ਚੀਜ਼ ਤੋਂ ਵਿਮੁੱਖ ਨਹੀਂ ਹੈਗੇ, ਅਲੱਗ ਨਹੀਂ ਹੈਗੇ। ਜੋ ਉੱਥੇ ਚੱਲ ਰਿਹਾ ਹੁੰਦਾ ਹੈਗਾ, ਅਗਰ ਸਪੋਜ਼ਿੰਗਲੀ ਅਸੀਂ ਫਲਾਈਟ ਫੜਦੇ ਹੈਗੇ 14 ਘੰਟਿਆਂ 'ਚ ਇੱਥੇ ਪਹੁੰਚਦੇ ਹਾਂ, ਉਹ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਉਹ ਸਾਡੇ ਨਾਲ ਨਾਲ ਇੱਥੇ ਪਹੁੰਚਦੀਆਂ ਹੈਗੀਆਂ। ਸੋ ਇਹ ਧਾਰਨਾ ਕਿ ਸਪੋਜ਼ਿੰਗਲੀ ਅਸੀਂ ਕੈਨੇਡਾ ਪਹੁੰਚ ਜਾਵਾਂਗੇ ਤਾਂ ਉਹ ਜਿਹੜੀ ਹੈਗੀ ਉਹ ਪ੍ਰੋਬਲਮ ਅਲੋਪ ਹੋ ਜਾਏਗੀ, ਖਤਮ ਹੋ ਜਾਏਗੀ, ਸਾਡੇ ਨਾਲ ਨਹੀਂ ਰਹੇਗੀ, ਇਹ ਆਈ ਥਿੰਕ ਬਚਪਨੀ ਜਿਹੀ ਸੋਚ ਹੈਗੀ ਹੈ। ਪ੍ਰੋਬਲਮਸ ਸਾਡੇ ਨਾਲ ਆਉਂਦੀਆਂ ਹੈਗੀਆਂ, ਔਰ ਪ੍ਰੋਬਲਮ ਇਹ ਜਿਹੜੀ ਡਰੱਗ ਦੀ ਹੈਗੀ ਉਹ ਸਾਡੇ ਨਾਲ ਇੱਥੇ ਵੀ ਪਹੁੰਚੀ ਹੈਗੀ ਹੈ। ਜਿੱਥੇ ਵੀ ਕੋਈ ਚੀਜ਼ ਦੀ ਡਿਮਾਂਡ ਹੋਊਗੀ ਉੱਥੇ ਜੀ ਸਪਲਾਈ ਜਿਹੜੀ ਹੈਗੀ ਉਹ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਏਗੀ। ਔਰ ਇੱਥੇ ਦੀ ਜਿਹੜੀ ਸੱਚਾਈ ਹੈਗੀ ਆ ਉਹ ਇਹੀ ਆ ਕਿ ਡਿਮਾਂਡ ਹੈਗੀ ਆ, ਔਰ ਆਪਣੀ ਕਮਿਊਨਿਟੀ ਵਿੱਚ ਡਰੱਗਸ ਦੀ ਡਿਮਾਂਡ ਹੈਗੀ ਹੈ, ਔਰ ਡਿਮਾਂਡ ਦੇ ਕਰਕੇ ਇੱਥੇ ਜਿਹੜੀ ਹੈਗੀ ਹੈ ਸਪਲਾਈ ਚੇਨ ਹੁਣ ਬਣ ਚੁੱਕੀ ਹੈਗੀ ਆ। ਜਿਹੜੇ ਆਪਣੇ ਇੱਥੇ ਯੰਗ ਸਟੂਡੈਂਟਸ ਜਿਹੜੇ ਆ ਰਹੇ ਹੈਗੇ ਆ, ਉਹਨਾਂ ਨੂੰ ਆਉਂਦਿਆਂ ਨੂੰ ਕਰੀਬ ਅਗਰ ਆਪਾਂ ਦੇਖੀਏ 8 ਸਾਲ ਹੋ ਗਏ, ਐਮ ਰਾਈਟ? 7-8 ਸਾਲ, 7-8 ਸਾਲ ਹੋ ਗਏ ਉਹਨਾਂ ਨੂੰ ਆਉਂਦਿਆਂ। ਤਾਂ 7-8 ਸਾਲ ਕਾਫੀ ਲੰਬਾ ਅਰਸਾ ਹੈਗਾ। ਜੇ ਡਿਮਾਂਡ ਹੋਊਗੀ ਸਪਲਾਈ ਕ੍ਰੀਏਟ ਹੋ ਜਾਊਗੀ, ਐਂਡ ਸਪਲਾਈ ਦੇ ਜਿਹੜੇ ਚੈਨਲਸ ਹੈਗੇ ਉਹ ਕ੍ਰੀਏਟ ਹੋ ਗਏ, ਔਰ ਆਪਣੀ ਕਮਿਊਨਿਟੀ ਦੇ ਵਿੱਚ ਹੀ ਉਹ ਕ੍ਰੀਏਟ ਹੋਏ ਹੈਗੇ। ਔਰ ਵੈਸੇ ਤਾਂ ਕਈ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਅਜੇ ਪੰਜਾਬ 'ਚ ਨਸ਼ਾ ਲੱਭਣ ਲਈ ਫਿਰ ਵੀ ਥੋੜ੍ਹਾ ਬਹੁਤ ਡਰ ਸੀ ਅਤੇ ਕੰਮ ਸੌਖਾ ਸੀ, ਇੱਥੇ ਤਾਂ ਉਸ ਨਾਲੋਂ ਵੀ ਆਸਾਨੀ ਨਾਲ ਮਿਲ ਜਾਂਦਾ। ਹੁਣ ਆਪਣੇ ਉੱਥੇ ਵੀਡ ਲੀਗਲ ਨਹੀਂ ਹੈਗੀ, ਹੁਣ ਵੀਡ ਆਪਣੇ ਇੱਥੇ ਲੀਗਲ ਹੈਗੀ। ਸੋ ਓਬਵੀਅਸਲੀ ਉਹ ਜਿਹੜਾ ਸਪਲਾਈ ਚੇਨ ਹੈਗੀ ਉਹ ਤਾਂ ਸਾਡੀ ਕੀ ਕਹਿੰਦੇ ਹੈਗੇ ਲੀਗਲ ਵੇ ਨਾਲ ਮੁਹੱਈਆ ਕਰਾਈ ਜਾਂਦੀ ਹੈਗੀ ਹੈ। ਉਹਦੇ ਨਾਲ ਫਿਰ ਜਿਹੜੀਆਂ ਹੈਗੀਆਂ ਬਾਕੀ ਜਿਹੜੀਆਂ ਹੈਗੀਆਂ ਡਰੱਗਸ
ਉਹਨਾਂ ਦੀ ਵੀ ਜਿਹੜੀ ਹੈਗੀ ਆ ਸਪਲਾਈ ਚੇਨ ਬੜੀ ਅੱਛੀ ਹੈਗੀ। ਤੁਸੀਂ ਕਿਉਂਕਿ ਕ੍ਰਾਈਮ ਨਾਲ ਡੀਲ ਕਰਦੇ ਹੋ, ਤੁਸੀਂ ਰੋਜ਼ ਤੁਹਾਡਾ ਵਾਹ ਪੈਂਦਾ, ਔਰ ਪਿਛਲੇ ਕੋਈ ਤਕਰੀਬਨ 15-16 ਸਾਲਾਂ ਤੋਂ ਤੁਸੀਂ ਇਸ ਜੌਬ 'ਚੋਂ, ਅਤੇ ਪਿਛਲੇ ਸਾਲਾਂ 'ਚ ਤੁਸੀਂ ਕੀ ਟਰੈਂਡ ਦੇਖਿਆ ਕਿ ਜਿਹੜੇ ਤੁਸੀਂ ਡਰੱਗ ਰਿਲੇਟਡ ਕ੍ਰਾਈਮ ਤੁਹਾਡੇ ਕੋਲ ਆ ਰਿਹਾ, ਉਹਦੇ 'ਚ ਪੰਜਾਬੀਆਂ ਦਾ ਜਾਂ ਪੰਜਾਬੀ ਮੁੰਡਿਆਂ ਦਾ ਜਿਹੜਾ ਸ਼ੇਅਰ ਹੈ ਉਹ ਕਿਸ ਤਰ੍ਹਾਂ ਕਿੰਨਾ ਕੋਤੇ ਨੂੰ ਗਿਆ? ਇਹਦੇ ਬਾਰੇ ਜੇ ਕੁਝ ਤੁਸੀਂ ਸ਼ੇਅਰ ਕਰ ਸਕੋ। ਇਹਦੇ ਬਾਰੇ ਕੋਈ ਇੱਦਾਂ ਦੇ ਨੰਬਰਸ ਤੇ ਜਨਰੇਟ ਨਹੀਂ ਹੋਏ ਹੈਗੇ ਆਫੀਸ਼ੀਅਲ, ਬਟ ਆਪਾਂ ਐਕਸਪੀਰੀਅੰਸ ਤੋਂ ਕਹਿ ਸਕਦੇ ਹਾਂ। ਸੋ ਮੈਨੂੰ ਟੋਰਾਂਟੋ ਦੇ ਵੈਸਟ ਐਂਡ ਦੇ ਵਿੱਚ ਸਰਵ ਕਰਦੇ ਹੋਏ ਕਰੀਬ 8 ਸਾਲ ਹੋਏ, 7-8 ਸਾਲ। ਤਾਂ 7-8 ਸਾਲ ਪਹਿਲਾਂ ਜਦ ਆਪਾਂ ਆਏ ਸੀਗੇ ਇੱਥੇ ਸ਼ੁਰੂ ਕੀਤਾ ਸੀਗਾ ਕੰਮ, ਉਸ ਵੇਲੇ ਬਿਰਲੇ ਆਪਣੇ ਕੋਈ ਬੰਦੇ ਜਿਹੜੇ ਹੈਗੇ ਉਹ ਪੁਲਿਸ ਦੀ ਅਰੈਸਟ 'ਚ ਆਉਂਦੇ ਹੁੰਦੇ ਸੀਗੇ, ਔਰ ਉਹ ਵੀ ਜਿਹੜੇ ਇੰਸੀਡੈਂਟ ਸੀਗੇ ਉਹ ਜਾਂ ਤਾਂ ਡੋਮੈਸਟਿਕ ਰਿਲੇਟਡ ਹੁੰਦੇ ਸੀਗੇ ਜਾਂ ਫਿਰ ਇੰਪੇਅਰਡ ਡਰਾਈਵਿੰਗ ਐਲਕੋਹਲ ਰਿਲੇਟਡ ਹੁੰਦੇ ਸੀਗੇ। ਪਰ ਜਿੱਦਾਂ ਆ ਵਕਤ ਆਉਂਦਾ ਗਿਆ, ਵੱਧਦਾ ਗਿਆ, ਉੱਦਾਂ ਜਿਹੜੇ ਹੈਗੇ ਆਪਣੇ ਨੰਬਰਸ ਵੱਧਦੇ ਗਏ। ਹੁਣ ਖਾਸ ਤੌਰ 'ਤੇ ਪਿਛਲੇ ਕਰੀਬ 2 ਸਾਲਾਂ ਤੋਂ ਜਿਹੜੇ ਆਪਣੇ ਨੰਬਰਸ ਹੈਗੇ ਆ ਪੁਲਿਸ ਦਾ ਇਨਵੋਲਵਮੈਂਟ, ਲਾਅ ਇਨਫੋਰਸਮੈਂਟ ਦਾ ਜਾਂ ਅਰੈਸਟ ਕਹੀਏ, ਉਹਦੇ ਨੰਬਰਸ ਕਾਫੀ ਵਧੇ ਹੈਗੇ, ਔਰ ਉਹਦੇ ਵਿੱਚ ਕਾਫੀ ਨੰਬਰਸ ਜਿਹੜੇ ਹੈਗੇ ਆ ਡਰੱਗਸ ਰਿਲੇਟਡ ਹੈਗੇ ਆ। ਜਿਹੜੀਆਂ ਅਰੈਸਟ ਹੋਈਆਂ ਹੈਗੀਆਂ ਉਹਦੇ ਵਿੱਚ ਜਾਂ ਤਾਂ ਉਹ ਡਰੱਗ ਕੰਜ਼ਿਊਮਰ ਹੈਗਾ, ਹੀ ਇਜ਼ ਐਨ ਐਡਿਕਟ, ਜਾਂ ਉਹਨਾਂ ਦੇ ਉੱਤੇ ਡਰੱਗ ਪਾਈ ਜਾਂਦੀ ਹੈਗੀ ਆ। ਇਹਦੇ ਨੰਬਰਸ ਜਿਹੜੇ ਹੈਗੇ ਉਹ ਕਾਫੀ ਵਧੇ ਹੈਗੇ ਆ, ਜਿਹੜੇ ਕਿ ਮੇਰੇ ਵਾਸਤੇ ਵੀ ਇੱਕ ਸਰਪ੍ਰਾਈਜ਼ ਹੈਗਾ। ਮੈਂ ਸੋਚਿਆ ਨਹੀਂ ਸੀਗਾ ਇੱਦਾਂ ਕਿ ਪਿਛਲੇ 2-2.5 ਸਾਲਾਂ ਵਿੱਚ ਇੰਨੇ ਨੰਬਰਸ ਇੰਕਰੀਜ਼ ਹੋਣਗੇ। ਔਰ ਇਹਦੇ ਵਿੱਚ ਜਿਹੜੀ ਸਰਪ੍ਰਾਈਜ਼ ਪਿਛਲੇ ਕਰੀਬ ਸਾਲ ਤੋਂ ਹੈਗੀ ਆ ਕਿ ਇਹਦੇ ਵਿੱਚ ਆਪਣੀਆਂ ਜਿਹੜੀਆਂ ਹੈਗੀਆਂ ਬੱਚੀਆਂ ਹੈਗੀਆਂ, ਲੜਕੀਆਂ ਹੈਗੀਆਂ, ਉਹ ਵੀ ਅਰੈਸਟ ਹੋਣ ਲਈਆਂ ਹੈਗੀਆਂ, ਜਾਂ ਤਾਂ ਉਹ ਨਾਲ ਹੈਗੀਆਂ ਜਾਂ ਉਹ ਕੰਜ਼ਿਊਮਰਸ ਹੈਗੀਆਂ ਜਾਂ ਉਸ ਕ੍ਰਾਈਮ ਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਨਵੋਲਵ ਹੈਗੀਆਂ। ਇਹ ਮੇਰੇ ਵਾਸਤੇ ਇੱਕ ਮਤਲਬ ਸਰਪ੍ਰਾਈਜ਼ ਹੈਗਾ, ਸੋਚਿਆ ਨਹੀਂ ਸੀਗਾ ਕਿ ਆਪਾਂ ਇੱਥੇ ਨਹੀਂ ਪਹੁੰਚਾਂਗੇ। ਆਫਿਸਰ, ਪੰਜਾਬ ਦੇ ਵਿੱਚ ਜਿਹੜੇ ਪੈਰੈਂਟਸ ਨੇ ਉਹਨਾਂ ਨੂੰ ਬੜਾ ਹੀ ਫਿਕਰ ਹੁੰਦਾ ਵੀ ਸਾਡਾ ਬੱਚਾ ਕਿਤੇ ਜੇ ਡਰੱਗ ਦੇ ਚੱਕਰ 'ਚ ਫਸ ਗਿਆ ਤੇ ਉਹਦੀ ਜ਼ਿੰਦਗੀ ਖਰਾਬ ਹੋ ਜਾਊਗੀ। ਸੋ ਇਸ ਚੱਕਰ 'ਚ ਉਹ ਆਪਣੀ ਚਾਹੇ ਜ਼ਮੀਨ ਵੇਚਣ, ਚਾਹੇ ਕੁਛ ਵੀ ਕਰਨ, ਕਿਸੇ ਵੀ ਕੀਮਤ ਦੇ ਉੱਤੇ ਉਹ ਕੈਨੇਡਾ ਭੇਜਣਾ ਚਾਹੁੰਦੇ ਨੇ। ਪਰ ਇੱਥੇ ਆ ਕੇ ਹੁਣ ਤੁਹਾਡਾ ਉਹਨਾਂ ਕਹਾਣੀਆਂ ਨਾਲ ਵਾਹ ਪੈਂਦਾ ਕਿ ਬੰਦੇ ਜਦੋਂ ਉਸ ਟਰੈਪ 'ਚ ਫਸਦੇ ਨੇ ਤੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ। ਕੁਛ ਤੁਸੀਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਤੁਸੀਂ ਜਿਨ੍ਹਾਂ ਨਾਲ ਤੁਹਾਡਾ ਵਾਹ ਪਿਆ, ਜਿਹੜੀ ਸਾਡੀਆਂ ਥੋੜ੍ਹਾ ਜਿਹਾ ਅੱਖਾਂ ਖੋਲ੍ਹ ਸਕੇ, ਕੁਛ ਸ਼ੇਅਰ ਕਰ ਸਕਦੇ ਹੋ? ਸਪੈਸੀਫਿਕਲੀ ਕਮਿਊਨਿਟੀ ਤਾਂ ਨਹੀਂ, ਮੈਂ ਉੱਦਾਂ ਐਡਿਕਸ਼ਨ ਦੀ ਥੋੜ੍ਹੀ ਜਿਹੀ ਕਹਾਣੀ ਸ਼ੇਅਰ ਕਰਨਾ ਚਾਹੂੰਗਾ। ਉਸ ਤੋਂ ਪਹਿਲਾਂ ਐਡਿਕਸ਼ਨ ਦੱਸਣਾ ਚਾਹੂੰਗਾ ਕਿ ਐਡਿਕਸ਼ਨ ਕਿੱਦਾਂ ਹੈਗੀ ਔਰ ਕਿੰਨੀ ਫਾਸਟ ਜਿਹੜੀ ਹੈਗੀ ਆ ਐਡਿਕਸ਼ਨ ਜਿਹੜੀ ਲੱਗਦੀ ਹੈਗੀ ਆ। ਹੁਣ ਜਿੱਦਾਂ ਸਪੋਜ਼ਿੰਗਲੀ ਆਪਾਂ ਕਹਿ ਲਈਏ ਜਿੱਦਾਂ ਵੀਡ ਹੈਗੀ, ਲੀਗਲ ਹੈਗੀ ਆ, ਓਬਵੀਅਸਲੀ ਉਹਦੀ ਜਿਹੜੀ ਸਪਲਾਈ ਚੇਨ ਹੈਗੀ, ਇੱਕ ਤਾਂ ਲੀਗਲ ਸਪਲਾਈ ਚੇਨ ਹੈਗੀ ਆ, ਔਰ ਜਿਹੜੀ ਇਲੀਗਲ ਸਪਲਾਈ ਚੇਨ ਹੈਗੀ ਆ ਉਹ ਬੰਦ ਨਹੀਂ ਹੋਈ, ਉਹ ਖਤਮ ਨਹੀਂ ਹੋਈ। ਔਰ ਅੱਜ ਕੱਲ੍ਹ ਜਿੰਨੀਆਂ ਵੀ ਡਰੱਗਸ ਮਾਰਕੀਟ ਵਿੱਚ ਮਿਲ ਰਹੀਆਂ ਹੈਗੀਆਂ ਉਹ ਸਾਰੀਆਂ ਦੇ ਵਿੱਚ ਕੁਛ ਨਾ ਕੁਛ ਮਿਲਾਵਟ ਕੀਤੀ ਜਾਂਦੀ ਹੈ। ਔਰ ਖਾਸ ਤੌਰ 'ਤੇ ਵਿੱਚ ਜਿਹੜੀ ਉਹਨਾਂ ਦੇ ਵਿੱਚ ਇੱਕ ਚੀਜ਼ ਜਿਹੜੀ ਪ੍ਰਮੁੱਖ ਮਿਲਾਵਟ ਜਿਹੜੀ ਚੱਲ ਰਹੀ ਹੈਗੀ, ਜਿਹਨੂੰ ਮੈਂ ਕਹਿੰਦਾ ਹੈਗਾ ਡਰੱਗਸ ਦੀ ਸੁਨਾਮੀ ਆਈ ਹੈਗੀ ਆ, ਉਹ ਇੱਕ ਡਰੱਗ ਹੈਗੀ ਜਿਹਨੂੰ ਫੈਂਟਨਿਲ ਕਹਿੰਦਾ ਹੈਗਾ। ਉਹਦੀ ਸਪੈਲਿੰਗ ਹੈਗੀ। ਸੋ ਇਹ ਜਿਹੜੀ ਹੈਗੀ ਇਹ ਸਾਰੇ ਡਰੱਗਸ ਦੇ ਨਾਲ ਜਿਹੜੀ ਹੈਗੀ ਆ ਉਹ ਮਿਕਸ ਹੋ ਰਹੀ ਹੈਗੀ ਆ। ਔਰ ਇਹ ਜਿਹੜੀ ਡਰੱਗ ਹੈਗੀ ਹੈ ਇਹ ਬੇਸਿਕਲੀ ਜੇ ਕਿਸੇ ਵੀ ਚੀਜ਼ ਨਾਲ ਲੇਸ ਕੀਤੀ ਹੋਏ ਤਾਂ ਨਾ ਤਾਂ ਕੋਈ ਸਮੈਲ ਹੈਗਾ, ਨਾ ਇਹਦਾ ਕੋਈ ਟੇਸਟ ਹੈਗਾ, ਬਹੁਤ ਚੀਪ ਹੈਗੀ ਹੈ, ਕਿੱਕ ਬੜੀ ਮਿਲਦੀ ਹੈ ਇਹਦੇ ਵਿੱਚ, ਜਿਹਨੂੰ ਕਹਿੰਦੇ ਹੈਗੇ ਨਸ਼ਾ ਬੜਾ ਆਉਂਦਾ ਹੈਗਾ। ਔਰ ਇਹ ਤੁਸੀਂ ਐਡਿਕਸ਼ਨ ਤੋਂ ਸਿਰਫ 2 ਜਾਂ 3 ਵਾਰ ਹੀ ਤੁਸੀਂ ਲੈਣੀ ਹੈਗੀ, ਉਸ ਤੋਂ ਬਾਅਦ ਤੁਸੀਂ ਐਡਿਕਟਡ ਹੈਗੇ। ਅੱਛਾ। ਸੋ ਜੇ ਤੁਸੀਂ ਇਹ ਕਹੋ ਕਿ ਆਪਣਾ ਬੱਚਾ ਅਸੀਂ ਭੇਜ ਦਿੱਤਾ ਔਰ ਉਸ ਤੋਂ ਬਾਅਦ ਸਾਡੀਆਂ ਚਿੰਤਾਵਾਂ ਜਿਹੜੀਆਂ ਉੱਥੇ ਚਿੰਤਾਵਾਂ ਹੈਗੀਆਂ ਡਰੱਗ ਰਿਲੇਟਡ ਉਹ ਖਤਮ ਹੋ ਗਈਆਂ, ਤਾਂ ਉਹ ਐਕਚੁਅਲੀ ਖਤਮ ਨਹੀਂ ਹੋਈਆਂ, ਉਹ ਐਕਚੁਅਲੀ ਥੋੜ੍ਹੀਆਂ ਜਿਹੀਆਂ ਵੱਧ ਜਾਂਦੀਆਂ। ਉਹਦਾ ਰੀਜ਼ਨ ਇਹ ਹੈਗਾ ਕਿ ਸਪਲਾਈ ਤਾਂ ਉਹ ਡਿਮਾਂਡ ਨੇ ਕ੍ਰੀਏਟ ਕਰ ਲਈ ਹੈਗੀ ਹੈ। ਉੱਥੇ ਤੁਸੀਂ ਆਪਣੇ ਬੱਚੇ ਨੂੰ ਮੋਨੀਟਰ ਕਰ ਲਓਗੇ, ਉਹ ਘਰ ਵਾਪਸ ਆਉਂਦਾ ਹੈਗਾ। ਇੱਥੇ ਤਾਂ ਉਹ ਕਿਤੇ ਦੋਸਤਾਨਾ ਜਾਂ ਰੈਂਟਲ ਅਕੋਮੋਡੇਸ਼ਨ 'ਚ ਰਹਿੰਦਾ, ਉੱਥੇ ਕੌਣ ਉਹਦੀ ਚਿੰਤਾ ਕਰਦਾ ਹੈਗਾ? ਜਿਵੇਂ ਹੁਣ ਇਹ ਵੀ ਕਿਹਾ ਜਾਂਦਾ ਵੀ ਜਿਵੇਂ ਮੰਨ ਲਿਆ ਮੈਰੋਆਨਾ ਤਾਂ ਲੀਗਲਾਈਜ਼ ਹੈ, ਜਾਂ ਮੈਰੋਆਨਾ ਬਾਰੇ ਸਮਝਿਆ ਜਾਂਦਾ ਕਿ ਸ਼ਾਇਦ ਉਹਨਾਂ ਖਤਰਨਾਕ ਨਹੀਂ ਹੈ, ਪਰ ਜਿਵੇਂ ਹੁਣ ਦੱਸਿਆ ਜਾ ਰਿਹਾ ਕਿ ਮੈਰੋਆਨਾ ਵੀ ਜਿਹੜਾ ਤੁਸੀਂ ਮੈਰੋਆਨਾ ਦੇ ਭੁਲੇਖੇ 'ਚ ਮੈਰੋਆਨਾ ਲੈ ਰਹੇ ਹੋ, ਪਰ ਉਹਦੇ 'ਚ ਵੀ ਉਹ ਇਹ ਮਿਲਾਈ ਹੋਈ ਹੈ। ਹਾਂ ਜ਼ਰੂਰ, ਜਿਹੜਾ ਕੋਈ ਵੀ ਸਟਰੀਟ ਦੇ ਉੱਤੇ ਡਰੱਗ ਵਿਕਦੀ ਹੈਗੀ ਆ, ਉਹ ਸਟਰੀਟ ਦੇ ਉੱਤੇ ਕਿਉਂ ਵਿਕੇਗੀ? ਉਹ ਤਦੇ ਵਿਕੇਗੀ ਜਦੋਂ ਉਹਦੇ ਵਿੱਚ ਸਮਥਿੰਗ ਕੋਈ ਡਿਫਰੈਂਟ ਹੈਗਾ। ਔਰ ਡਿਫਰੈਂਟ ਜਿਹੜਾ ਉਹਦੇ ਵਿੱਚ ਹੈਗਾ, ਉਹਦੇ 'ਚ ਇਹੀ ਹੈਗਾ ਕਿ ਉਹਦੇ 'ਚ ਜਿਹੜਾ ਹੈਗਾ ਅੱਜ ਕੱਲ੍ਹ ਵੀਡ ਜਿਹੜੀ ਹੈਗੀ ਉਹ ਲੇਸਡ ਹੁੰਦੀ ਹੈ, ਉਹਨੂੰ ਲੇਸਡ ਸ਼ਬਦ ਯੂਜ਼ ਕੀਤਾ ਜਾਂਦਾ ਮਿਸ਼ਰਣ ਨੂੰ, ਉਹ ਲੇਸਡ ਹੈਗੀ ਆ ਵਿਦ ਫੈਂਟਨਿਲ। ਔਰ ਉਹਦੇ ਵਿੱਚ ਓਬਵੀਅਸਲੀ ਤੁਹਾਨੂੰ ਕਿੱਕ ਡਿਫਰੈਂਟ ਮਿਲੇਗੀ, ਤੁਹਾਨੂੰ ਲੱਗੇਗਾ ਕਿ ਵੀਡ ਡਿਫਰੈਂਟ ਹੈਗੀ ਹੈ, ਬਟ ਐਕਚੁਅਲੀ ਇਟ ਇਜ਼ ਫੈਂਟਨਿਲ। ਐਂਡ ਫੈਂਟਨਿਲ ਜਿਹੜਾ ਹੈਗਾ
ਬੜਾ ਈਜ਼ੀਲੀ ਓਵਰਡੋਜ਼ ਕਰਦਾ ਹੈਗਾ। ਮਤਲਬ ਕਿ ਇੱਕ ਦਿਨ ਵੀਡ ਜਿਹੜੀ ਹੈਗੀ ਲੇਸ ਤੁਸੀਂ ਫੈਂਟਨਲ ਲਈ ਪ੍ਰੋਬਬਲੀ ਤੁਸੀਂ ਠੀਕ ਠਾਕ ਹੈਗੇ, ਤੁਹਾਨੂੰ ਕਿੱਕ ਮਿਲਿਆ, ਨਸ਼ਾ ਮਿਲਿਆ, 3 ਕੁ ਵਾਰ ਲੈਣ ਤੋਂ ਬਾਅਦ ਤੁਸੀਂ ਐਡਿਕਟਡ ਹੋ ਗਏ, ਮੇਬੀ ਦ 4th ਟਾਈਮ ਇਟ ਇਜ਼ ਦ ਲਾਸਟ ਟਾਈਮ ਯੂ ਵਿਲ ਕੰਜ਼ਿਊਮ ਇਟ, ਤੁਸੀਂ ਮਰੋਗੇ, ਤੁਸੀਂ ਓਵਰਡੋਜ਼ਡ ਹੋ ਜਾਓਗੇ ਐਂਡ ਯੂ ਵਿਲ ਡਾਈ, ਐਂਡ ਦੈਟ ਇਜ਼ ਵੈਰੀ ਮਚ ਅ ਪੋਸੀਬਿਲਿਟੀ। ਔਰ ਫੈਂਟਨਲ ਨਾਲ ਖਾਸ ਤੌਰ 'ਤੇ ਕੋਈ ਵੀ ਡਰੱਗ ਆ ਜਿਹੜੀ ਹੈਗੀ ਹੈ, ਡਰੱਗ ਤਾਂ ਉੱਦਾਂ ਵੀ ਕੋਈ ਸੇਫ ਨਹੀਂ ਹੈਗੀ, ਬਟ ਇਟ ਇਜ਼ ਰੀਚਡ ਅ ਪੁਆਇੰਟ ਜਿੱਥੇ ਕਿ ਤੁਹਾਡੀ ਓਵਰਡੋਜ਼ਿੰਗ ਬਹੁਤ ਹੀ ਪੋਸੀਬਿਲਿਟੀ ਹੈਗੀ ਹੈ। ਇਸੇ ਕਰਕੇ ਅਸੀਂ ਜਿਹੜਾ ਮੁੱਦਾ ਚੱਕਿਆ ਹੈਗਾ, ਉਹ ਮੁੱਦਾ ਇਹ ਹੈਗਾ ਕਿ ਤੁਸੀਂ ਕੋਈ ਵੀ ਡਰੱਗ ਨੂੰ ਅੱਜ ਕੌਨਫੀਡੈਂਟਲੀ ਇਹ ਨਹੀਂ ਕਹਿ ਸਕਦੇ ਕਿ ਮੇਰਾ ਡੀਲਰ ਜਿਹੜਾ ਹੈਗਾ ਉਹ ਪ੍ਰੋਵਾਈਡ ਕਰ ਰਿਹਾ, ਉਹਦੇ 'ਚ ਕੋਈ ਮਿਕਸ ਨਹੀਂ ਹੈਗੀ। ਸੋ ਉੱਥੇ ਮੈਨੂੰ ਉਹਦਾ ਗਿਆਨ ਨਹੀਂ ਹੈਗਾ ਕਿ ਫੈਂਟਨਲ ਦਾ ਜਿੱਥੇ ਕਿੰਨੀ ਕੁ ਉੱਥੇ ਜਿਹੜੀ ਹੈਗੀ ਪ੍ਰੈਵਲੈਂਟ ਹੈਗੀ ਡਰੱਗਸ ਦੇ ਵਿੱਚ। ਇੱਥੇ ਤਾਂ ਕਾਫੀ ਪ੍ਰੈਵਲੈਂਟ ਹੈਗੀਆਂ ਓਵਰਡੋਜ਼। ਇੱਥੇ ਤੇ ਹੁਣ ਅਸੀਂ ਕਹਾਣੀਆਂ ਇਦਾਂ ਦੀਆਂ ਵੀ ਅਕਸਰ ਸੁਣਦੇ ਹਾਂ ਕਿ ਜਿਹੜੇ ਸਕੂਲ ਨੇ, ਹਾਈ ਸਕੂਲ ਨੇ, ਉਹਨਾਂ 'ਚ ਵੀ ਇਹ ਜਿਹੜਾ ਨੈਟਵਰਕ ਹੈ ਬੱਚਿਆਂ ਨੂੰ ਡਰੱਗ ਦੀ ਲਪੇਟ 'ਚ ਲੈਣ ਵਾਲਾ, ਇਹ ਐਕਟਿਵ ਹੈ। ਅਕਸਰ ਕਹਾਣੀਆਂ ਇਹੋ ਜਿਹੀਆਂ ਸੁਣਦੇ ਆ। ਇਹ ਕਿੰਨੀਆਂ ਕੁ ਸੱਚ ਨੇ ਤੁਹਾਡਾ ਤੇ ਹੁਣ ਨਵਾਂ ਪੈਂਦਾ? ਇਹ ਵੀ ਸੱਚ ਹੈਗੀਆਂ। ਬੇਸਿਕਲੀ ਇਹ ਜਿਹੜਾ ਸਕੂਲ ਦੇ ਵਿੱਚ ਕੰਜ਼ੰਪਸ਼ਨ ਆਫ ਡਰੱਗ ਹੈਗਾ, ਉਹ ਵੀ ਕਾਫੀ ਸਮੇਂ ਤੋਂ ਚੱਲ ਰਿਹਾ ਹੈਗਾ। ਹੁਣ ਜਿਹੜਾ ਚੇਂਜ ਹੋਇਆ ਹੈਗਾ, ਪਹਿਲਾਂ ਪਤਾ ਨਹੀਂ ਲੱਗਦਾ ਸੀਗਾ ਬਿਕੋਜ਼ ਬੇਸਿਕਲੀ ਜਿਹੜੀਆਂ ਓਵਰਡੋਜ਼ ਦੀਆਂ ਜਿਹੜੀਆਂ ਘਟਨਾਵਾਂ ਸੀਗੀਆਂ ਉਹ ਘੱਟ ਸੀਗੀਆਂ, ਪਰ ਜਿਹੜੀ ਹੁਣ ਓਵਰਡੋਜ਼ ਦੀਆਂ ਘਟਨਾਵਾਂ ਹੈਗੀਆਂ ਉਹ ਐਪੀਡੈਮਿਕ ਆ। ਅਸੀਂ ਕ੍ਰਾਈਸਿਸ ਲੈਵਲ ਤੇ ਹੈਗੇ ਆ, ਔਰ ਕ੍ਰਾਈਸਿਸ ਲੈਵਲ ਜਿਹੜਾ ਹੈਗਾ ਉਹ ਮੇਨਲੀ ਫੈਂਟਨਲ ਕਰਕੇ। ਇਸ ਕਰਕੇ ਹੁਣ ਉਹ ਓਵਰਡੋਜ਼ਸ ਜਿਸ ਵੇਲੇ ਹੁੰਦੇ ਗਏ ਤਾਂ ਕੁਝ ਕੇਸਿਸ ਤੁਹਾਡੇ ਸਾਹਮਣੇ ਪ੍ਰਮੁੱਖ ਹੋ ਕੇ ਆਉਂਦੇ ਗਏ, ਪ੍ਰੋਮੀਨੈਂਟ ਹੋ ਕੇ ਆਉਂਦੇ ਗਏ ਕਿ ਓਵਰਡੋਜ਼ਡ ਹੋਇਆ, ਕੀ ਹੋਇਆ, ਇਹ ਡਰੱਗ ਕੰਜ਼ੰਪਸ਼ਨ ਹੈਗੀ, ਇਹ ਹਾਈ ਸਕੂਲ ਕਿਡ ਹੈਗਾ। ਸੋ ਉੱਥੇ ਜਿਹੜੇ ਹੈਗੇ ਆ, ਉੱਥੇ ਪੈਟਰਨ ਹੁਣ ਤੁਹਾਨੂੰ ਦਿਸਣ ਲੱਗ ਪਏ ਕਿ ਨੰਬਰਸ ਕਾਊਂਟ ਹੋਣ ਲੱਗ ਪਏ ਹੈਗੇ। ਸੋ ਓਵਰਡੋਜ਼ ਦੇ ਨੰਬਰਸ ਵੈਸੇ ਤੇ ਆਏ ਨੇ, ਬਹੁਤ ਉੱਤੇ ਗਏ ਨੇ, ਤੇ ਜਿਹੜਾ ਹੁਣ ਇਸ ਟ੍ਰੈਪ ਜਿਹੜਾ ਫਸ ਗਿਆ, ਫਿਰ ਉਹਦੇ ਲਈ ਕੀ ਰਸਤਾ ਕੀ ਹੁੰਦਾ? ਰਸਤਾ ਬਹੁਤ ਮੁਸ਼ਕਿਲ ਹੈ ਜੀ, ਸਪੈਸ਼ਲੀ ਇਸ ਡਰੱਗ ਦੇ ਨਾਲ ਮਿਕਸ ਹੋਣ ਨਾਲ। ਮਤਲਬ ਕਿ ਡਰੱਗ ਐਡਿਕਸ਼ਨ ਜਿਹੜੀ ਹੈਗੀ ਉਹ ਤਾਂ ਸੈਂਚੁਰੀਜ਼ ਤੋਂ ਰਹੀ ਹੈਗੀ ਆ, ਬਟ ਹੁਣ ਜਿਹੜਾ ਆਹ ਚੇਂਜ ਹੋਇਆ ਹੈਗਾ ਉਹ ਫੈਂਟਨਲ ਕਰਕੇ ਚੇਂਜ ਹੋਇਆ। ਇਸ ਕਰਕੇ ਬਾਰ-ਬਾਰ ਇਹ ਕਿਹਾ ਜਾਂਦਾ ਹੈਗਾ ਕਿ ਇੱਕ ਤਾਂ ਇਹ ਐਡਿਕਟਿਵ ਬਹੁਤ ਹੈਗੀ ਹੈ। ਐਜ਼ ਫਾਰ ਐਜ਼ ਵਾਟ ਆਈ ਹੈਵ ਸਪੋਕਨ, ਮੈਂ ਜਿਨ੍ਹਾਂ ਨਾਲ ਗੱਲ ਕੀਤਾ ਹੈ ਐਡਿਕਟਸ ਨਾਲ, ਉਹਨਾਂ ਨੇ ਸਾਫ਼ ਕਿਹਾ ਹੈਗਾ ਕਿ ਮੇਰੇ ਤੋਂ ਛੁੱਟ ਨਹੀਂ ਸਕਦੀ, ਆਈ ਕੈਂਟ। ਔਰ ਇਹ ਕਿਹੜੀ ਫੈਮਿਲੀ 'ਚ ਆਉਂਦੀ ਕਿ ਫੈਂਟਨਲ ਨਹੀਂ ਆਉਂਦੀ ਕਿ ਓਪੀਓਇਡ ਫੈਮਿਲੀ ਤੋਂ, ਜੇ ਕਿਸੇ ਨੇ ਰਿਸਰਚ ਕਰਨੀ ਹੋਵੇ ਓਪੀਓਇਡ ਫੈਮਿਲੀ 'ਚ ਹੈਗੀ ਹੈ ਇਹ, ਐਂਡ ਇਹ ਟੋਟਲੀ ਸਿੰਥੈਟਿਕ ਹੈਗੀ ਹੈ, ਫੈਕਟਰੀਆਂ 'ਚ ਬਣੀ ਹੋਈ ਹੈ, ਇਹਦੇ ਵਿੱਚ ਕੋਈ ਵੀ ਪਲਾਂਟ ਐਕਸਟਰੈਕਟ ਨਹੀਂ ਹੈਗਾ, ਟੋਟਲ ਕੈਮੀਕਲਸ ਹੈਗੇ ਆ। ਤਾਂ ਇਹ ਤਾਂ ਬੇਸਿਕਲੀ ਦੂਜੀ ਵਾਰ ਜਾਂ ਤੀਜੀ ਵਾਰ ਦੈਟਸ ਇਟ, 3 ਵਾਰ ਲਾਉਂਗੇ ਐਂਡ ਯੂ ਆਰ ਡਨ। ਐਂਡ ਦੈਟਸ ਵਾਈ ਮੈਂ ਕਈ ਵਾਰ ਇਹ ਕਹਿਣਾ ਹੈਗਾ, ਮੇਬੀ ਥੋੜ੍ਹਾ ਜਿਹਾ ਸ਼ੌਕਿੰਗ ਲੱਗੇ ਕਿ as far as drugs are concerned, your kid is just 3 or 4 doses away from death. ਕਿਉਂਕਿ 2 ਜਾਂ 3 ਡੋਜ਼ ਜਿਹੜੇ ਉਹ ਲਊਗਾ ਉਹ ਐਡਿਕਟਡ ਹੋ ਜਾਊਗਾ, ਉਸ ਤੋਂ ਬਾਅਦ ਉਹ ਤੋਂ ਛੱਡ ਨਹੀਂ ਹੋਣੀ, ਫਿਰ ਉਸ ਤੋਂ ਬਾਅਦ ਦੈਨ ਹੀ ਇਜ਼ ਜਸਟ ਵੇਟਿੰਗ ਫਿਰ ਉਹਦਾ ਜਿਹੜਾ ਅੰਤ ਫਿਰ ਡੈਥ ਹੀ ਹੈ। ਯਾ ਇਟ ਇਜ਼ ਸੋ ਓਵਰਡੋਜ਼ਡ ਐਂਡ ਯੂ ਵਿਲ ਡਾਈ। ਤੇ ਤੁਸੀਂ ਤੇ ਇਹੋ ਜਿਹੀਆਂ ਡੈਥਸ ਵੀ ਦੇਖਦੇ ਹੋ? ਯੈਸ, ਮੇਰਾ ਰੀਜ਼ਨ ਅੱਜ ਆਹੀ ਹੈਗਾ ਤੁਹਾਡੇ ਕੋਲ ਆ ਕੇ ਬੈਠਾ ਹੈਗਾ, ਕਿਉਂਕਿ ਹੁਣ ਮਨ ਤੰਗ ਹੈਗਾ, ਦਿਮਾਗ ਥੱਕਣ ਲੱਗ ਪਿਆ ਹੈਗਾ, ਉਹ ਓਵਰਡੋਜ਼ ਡੈਥ ਨੂੰ ਚੱਕ ਕੇ ਆਪਣੇ ਨਿਆਣਿਆਂ ਨੂੰ ਬਾਰ-ਬਾਰ ਦੇਖ ਕੇ ਥੱਕ ਗਿਆ ਹੈਗਾ। ਕਈ ਵਾਰ ਬੋਡੀ ਪਈ ਹੁੰਦੀ, ਅੱਖਾਂ 'ਚ ਅੱਥਰੂ ਆ ਰਹੇ ਹੁੰਦੇ ਕਿਉਂਕਿ ਇਸ ਵੇਲੇ ਕਾਲ ਕਰ ਰਹੇ ਹੁੰਦੇ ਕਿ ਮਾਂ ਬਾਪ ਨੂੰ। ਤੋ ਇਟ ਇਜ਼ ਅ ਵੈਰੀ ਸੈਡ ਸਿਚੁਏਸ਼ਨ ਐਂਡ ਮੈਂ ਉਸ ਸਾਈਡ ਦੇ ਉੱਤੇ ਕੰਮ ਕਰਦਾ ਹੈਗਾ। ਮੈਨੂੰ ਇਹ ਮਹਿਸੂਸ ਹੋਇਆ ਕਿ ਇਸ ਸਾਈਡ 'ਤੇ ਆਉਣਾ ਜ਼ਰੂਰੀ ਹੈਗਾ, ਜਿੱਥੇ ਕਿ ਜਿਹੜੀ ਡਿਮਾਂਡ ਸਾਈਡ ਹੈਗੀ ਹੈ ਉਹਦੇ 'ਤੇ ਵਰਕ ਕਰਨਾ ਜ਼ਰੂਰੀ ਹੈਗਾ। ਉੱਥੇ ਤਾਂ ਆਪਾਂ ਕੰਮ ਰੋਜ਼ ਕਰਦੇ ਹੈਗੇ ਹਾਂ, ਪਰ ਇਸ 'ਤੇ ਇੰਨਾ ਕੰਮ ਨਹੀਂ ਹੋ ਰਿਹਾ, ਇਸ 'ਤੇ ਇੰਨੀ ਆਵਾਜ਼ ਉਠਾਈ ਨਹੀਂ ਜਾ ਰਹੀ। ਅੱਛਾ, ਪ੍ਰੋਬਲਮ ਇਹ ਹੈ ਕਿ ਸਾਡਾ ਕਲਚਰ ਹੈ, ਇਹਦੇ 'ਚ ਡਰੱਗਸ ਨੂੰ ਗਲੋਰੀਫਾਈ ਬਹੁਤ ਕੀਤਾ ਗਿਆ। ਸਾਡਾ ਜਿਹੜਾ ਮਿਊਜ਼ਿਕ ਹੈ ਉਹ ਇਹਨੂੰ ਗਲੋਰੀਫਾਈ ਕਰਦਾ। ਉਹ ਤਾਂ ਇਉਂ ਲੱਗਦਾ ਵੀ ਜਿਵੇਂ ਐਡਵਰਟਾਈਜ਼ ਕਰ ਰਹੇ ਹੋਣ ਡਰੱਗਸ ਵਾਸਤੇ, ਜਿਹੜਾ ਅੱਜ ਕੱਲ੍ਹ ਦਾ ਮਿਊਜ਼ਿਕ ਚੱਲ ਰਿਹਾ। ਅਤੇ ਫਿਰ ਮੈਰੋਆਨਾ ਅਸੀਂ ਇੱਥੇ ਲੀਗਲਾਈਜ਼ ਇਸ ਕੰਟਰੀ 'ਚ ਕੀਤਾ ਹੋਇਆ। ਸ਼ਰਾਬ ਨੂੰ ਸਾਡੇ ਕੰਟਰੀ 'ਚ, ਸਾਡੇ ਕਲਚਰ 'ਚ ਬਹੁਤ ਜ਼ਿਆਦਾ ਮਾਣ ਦਿੱਤਾ ਗਿਆ, ਜਿਵੇਂ ਕੋਈ ਬੜੇ ਮਾਣ ਵਾਲੀ ਗੱਲ ਹੋਏ ਸ਼ਰਾਬ ਪੀਣਾ। ਸੋ ਤੁਹਾਡਾ ਉਹਦੇ ਨਾਲ ਵੀ ਕੋਈ ਕਨੈਕਸ਼ਨ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਉੱਥੋਂ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ ਕਿਤੇ, ਜਿਹੜੀ ਅਸੀਂ ਇੱਦਾਂ ਦੇ ਡਰੱਗਸ? ਡੈਫੀਨੇਟਲੀ ਸਾਡਾ ਅਗਰ ਕਲਚਰ ਦੇਖੋ ਤਾਂ ਮੋਸਟ ਆਫ ਇਟ ਜਿਹੜਾ ਸਾਡਾ, ਜਿਹਦਾ ਤੁਸੀਂ ਹਾਂ ਮੈਂਸ਼ਨ ਕੀਤਾ, ਜਿਹੜਾ ਕੀ ਕਹਿੰਦੇ ਹੈਗੇ ਆ ਮਿਊਜ਼ਿਕ ਹੈਗਾ ਸਾਡਾ, ਨਾਟ ਓਨਲੀ ਟੂਡੇ, ਫॉर ਅ ਲੌਂਗ ਟਾਈਮ ਸਾਡਾ ਜਿਹੜਾ ਮਿਊਜ਼ਿਕ ਹੈਗਾ, ਲਿਰਿਕਸ ਜਿਹੜੇ ਲਿਖੇ ਜਾਂਦੇ ਹੈਗੇ, ਉਹਦੇ ਵਿੱਚ ਰਿਸਕ ਟੇਕਿੰਗ ਕੈਪੇਬਿਲਿਟੀ ਸਾਡੇ ਕਮਿਊਨਿਟੀ ਦੀ ਕਾਫੀ ਹਾਈ ਦਿਖਾਈ ਜਾਂਦੀ ਹੈਗੀ ਆ। ਚਾਹੇ ਉਹ ਤੁਸੀਂ ਐਲਕੋਹਲ ਕਹਿ ਲਓ, ਚਾਹੇ ਤੁਸੀਂ ਕਹਿ ਲਓ
ਜਿਹੜੀ ਹੱਲਾਸ਼ੇਰੀ ਵਾਲਾ ਜਿਹੜਾ ਹੈਗਾ ਦਿਮਾਗ ਵਿੱਚ ਸਾਡੇ ਕਨਸੈਪਟ ਹੈਗਾ, ਉਹਨੂੰ ਅਸੀਂ ਕਾਫੀ ਪ੍ਰਮੁੱਖਤਾ ਦਿੱਤੀ ਕਿ ਆਪਣੇ ਮਤਲਬ ਇਸ ਗੱਲ ਨੂੰ ਵੀ ਸਮਝਦੇ ਨੇ ਕਿ ਵੀ ਇਹ ਬਹਾਦਰੀ ਦੀ ਨਿਸ਼ਾਨੀ ਹੈ ਤੇ ਜ਼ਿਆਦਾ ਡਰੱਗ ਲੈਂਦੇ ਹੋ ਜੀ। ਜ਼ਿਆਦਾ ਤੁਸੀਂ ਪਹਿਲਾਂ ਤਾਂ ਦਾਰੂ ਹੀ ਹੁੰਦੀ ਸੀਗੀ, ਪਹਿਲਾਂ ਆਪਾਂ ਦਾਰੂ ਦੀ ਗੱਲ ਕਰਦੇ ਸੀ, ਸ਼ਰਾਬ ਦੀ ਗੱਲ ਕਰਦੇ ਸੀਗੇ ਕਿ ਕੌਣ ਕਿੰਨੀ ਪੀ ਸਕਦਾ ਹੈਗਾ, ਐਂਡ ਆਪਾਂ ਉਹਨੂੰ ਹੱਲਾਸ਼ੇਰੀ ਦਿੰਦੇ ਹੁੰਦੇ ਸੀਗੇ, ਐਂਡ ਰਾਈਟ ਫਰੋਮ ਆਰ ਇਨਸੈਪਸ਼ਨ, ਫਰੋਮ ਆਰ ਵਿਲੇजेस ਇਟਸੈਲਫ, ਐਂਡ ਜਿੱਦਾਂ ਜਿੱਦਾਂ ਵਕਤ ਬਦਲਦਾ ਗਿਆ ਦੈਨ ਰੈਸਟ ਆਫ ਦਾ ਡਰੱਗਸ ਹੈਵ ਕਮ ਇਨ। ਉਹਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈਗਾ, ਇਟਸ ਅ ਵੈਰੀ ਮੇਜਰ ਕੰਟਰੀਬਿਊਸ਼ਨ ਇਨ ਜਿੱਥੇ ਅਸੀਂ ਅੱਜ ਬੈਠੇ ਹੈਗੇ ਹਾਂ। ਮੈਂ ਸ਼ਾਇਦ ਇਹ ਕਹਿ ਸਕਦਾ ਹਾਂ ਕਿ ਅਸੀਂ ਇੰਨੇ ਸੋਸ਼ਲੀ ਰਿਸਪੌਂਸਿਬਲ ਨਹੀਂ ਹੈਗੇ ਐਜ਼ ਫਾਰ ਐਜ਼ ਆਵਰ ਕਲਚਰ ਇਜ਼ ਕੰਸਰਨਡ। ਅਸੀਂ ਬੜਾ ਇਹਨੂੰ ਲੂਜ਼ਲੀ ਲਿਆ ਹੈਗਾ, ਐਂਡ ਉਹਦਾ ਰਿਜ਼ਲਟ ਹੈਗਾ ਕਿ ਅਸੀਂ ਅੱਜ ਇੱਥੇ ਖੜੇ ਹੈਗੇ ਹਾਂ। ਡੈਫੀਨਿਟਲੀ ਕੰਟਰੀਬਿਊਸ਼ਨ ਹੈਗਾ ਉਹਨਾਂ ਦਾ। ਸੋ ਜਿਵੇਂ ਮੈਨੂੰ ਤੁਹਾਡੀ ਗੱਲ ਸਮਝ ਆ ਰਹੀ ਹੈ ਕਿ ਡਰੱਗਸ ਦੀ ਪ੍ਰੋਬਲਮ ਤਾਂ ਸਾਡੀ ਕਮਿਊਨਿਟੀ 'ਚ ਰਹੀ ਹੈ, ਕਲਚਰ ਰਿਹਾ, ਪਰ ਜਿਹੜੀ ਵੱਡੀ ਮੇਜਰ ਸ਼ਿਫਟ ਹੈਗੀ ਆ ਉਹ ਇਹਦੇ ਆਉਣ ਨਾਲ, ਫੈਂਟਨਲ ਦੇ ਆਉਣ ਨਾਲ ਸਾਰਾ ਸਿਸਟਮ ਹੀ ਚੇਂਜ ਹੋ ਗਿਆ, ਸਾਰਾ ਸਿਨੈਰੀਓ ਚੇਂਜ ਹੋ ਗਿਆ। ਹੁਣ ਇਹ ਫੀਮ ਖਾਣ ਵਾਲੀ ਗੱਲ ਨਹੀਂ ਹੈ, ਨਾ ਹੁਣ ਇਹ ਡੋਡੇ ਲੈਣ ਵਾਲੀ ਗੱਲ ਹੈ, ਜਾਂ ਇਹ ਨਾ ਸ਼ਰਾਬ ਪੀਣ ਵਾਲੀ ਗੱਲ ਹੈ, ਸਿੱਧਾ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ। ਇਹ ਜੀ ਇਹ ਗੇਮ ਚੇਂਜਰ ਹੈ, ਇਹ ਗੇਮ ਚੇਂਜਰ ਹੈਗੀ ਹੈ। ਫੈਂਟਨਲ ਜਿਹੜੀ ਹੈਗੀ ਟੋਟਲ ਡਰੱਗ ਇੰਡਸਟਰੀ ਦੇ ਵਿੱਚ ਇਹ ਇੱਕ ਗੇਮ ਚੇਂਜਰ ਹੈ। ਇਟ ਕੈਨ ਬੀ ਮਿਕਸਡ ਵਿਥ ਐਨੀ ਡਰੱਗ। ਇੱਕ 12 ਤਰੀਕ ਨੂੰ ਪ੍ਰੋਗਰਾਮ ਕਰ ਰਹੇ ਸੀਗੇ, ਉਹ 12 ਤਰੀਕ ਨੂੰ ਜਦ ਪ੍ਰੋਗਰਾਮ ਖਤਮ ਹੋਇਆ ਤਾਂ ਉਸ ਤੋਂ ਬਾਅਦ 2 ਸੱਜਣ ਮੇਰੇ ਕੋਲ ਆਏ, ਐਂਡ ਉਹਨਾਂ ਨੇ ਕਿਹਾ ਕਿ ਇਹ ਜੀ ਫੀਮ 'ਚ ਵੀ ਮਿਕਸ ਹੋ ਸਕਦੀ ਹੈ। ਤਾਂ ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਕਿ ਕਿਉਂ ਨਹੀਂ ਮਿਕਸ ਹੋ ਸਕਦੀ, ਨਾ ਇਹਨਾਂ ਦਾ ਸਮੈਲ ਹੈਗਾ, ਨਾ ਇਹਦੇ ਵਿੱਚ ਕੋਈ ਉਹ ਟੇਸਟ ਹੈਗਾ, ਔਰ ਇਹਦੀ ਜਿਹੜੀ ਕਿੱਕ ਹੈਗੀ ਉਹ ਫੀਮ ਨਵੀਂ ਲੱਗਣੀ ਹੈ, ਉਹ ਜਿਹੜੀ ਫੀਮ 'ਚੋਂ ਕਿੱਕ ਆਉਣੀ ਹੈਗੀ ਹੈ ਉਹ ਬਿਲਕੁਲ ਅਲੱਗ ਤਰ੍ਹਾਂ ਦੀ ਕਿੱਕ ਆਉਣੀ ਹੈਗੀ ਹੈ। ਤਾਂ ਮੈਂ ਕਿਹਾ ਡਰੱਗ ਡੀਲਰ ਕੋਲ ਕੋਈ ਇਦਾਂ ਦਾ ਲੈਬ ਤਾਂ ਨਹੀਂ ਹੈਗਾ ਜਾਂ ਉਹਦੇ ਉੱਤੇ ਉਹ ਕੁਆਲਿਟੀ ਦੀ ਕੋਈ ਸਟੈਂਪ ਤਾਂ ਨਹੀਂ ਲਾਉਂਦਾ। ਸੋ ਡੈਫੀਨਿਟਲੀ ਇਟ ਵਿਲ ਗੈਟ ਮਿਕਸਡ ਇਨਟੂ। ਸੋ ਬੇਸਿਕਲੀ ਮਾਰਕੀਟ 'ਚੋਂ ਤੁਸੀਂ ਜਿਹੜਾ ਵੀ ਡਰੱਗ ਲੈ ਰਹੇ ਹੋ, ਆਪਣੇ ਜਾਣ 'ਚ ਤੁਸੀਂ ਭੁਲੇਖੇ 'ਚ ਲਿਆ ਓਪੀਅਮ ਲੈ ਰਹੇ ਹੋ, ਮੈਰੋਆਨਾ, ਜਾਂ ਤੁਸੀਂ ਫੀਮ ਲੈ ਰਹੇ ਹੋ ਜਾਂ ਡੋਡੇ ਲੈ ਰਹੇ ਹੋ, ਕਿਸੇ ਦੇ ਰਸਤੇ ਵੀ ਤੁਹਾਡੇ ਕੋਲ ਫੈਂਟਨਲ ਆ ਸਕਦੀ। ਅੱਜ ਪ੍ਰਮੁੱਖ ਕਾਰਨ ਇਹੀ ਹੈਗਾ ਕਿ ਆਪਾਂ ਗੱਲ ਕਰ ਰਹੇ ਹੈਗੇ ਹਾਂ, ਕਿਉਂਕਿ ਤੁਹਾਡੇ ਕੋਲ ਜਿਹੜੀ ਹੈਗੀ ਹੈ ਕੁਆਲਿਟੀ ਕੰਟਰੋਲ ਜਾਂ ਗਾਰੰਟੀ ਕਿਸੇ ਵੀ ਡਰੱਗ 'ਚ ਨਹੀਂ ਹੈਗੀ। ਹੀ ਵਿਲ ਐਟ ਸਮ ਪੁਆਇੰਟ ਆਫ ਟਾਈਮ, ਉਹ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਇਹਨੂੰ ਮਿਕਸ ਕਰੇਗਾ, ਬਿਕੋਜ਼ ਤੁਸੀਂ ਇਹ ਨਾ ਹੁੱਕ ਹੋਵੋਗੇ ਐਂਡ ਦੈਨ ਓਨਲੀ ਯੂ ਵਿਲ ਗੋ ਬੈਕ ਟੂ ਹਿਮ। ਉਸ ਡੀਲਰ ਕੋਲ ਤੁਸੀਂ ਤਦੇ ਹੀ ਜਾਓਗੇ ਜਿਸ ਵੇਲੇ ਉਹ ਤੁਹਾਨੂੰ ਜਿਹੜਾ ਹੈਗਾ ਕੁਛ ਨਾ ਕੁਛ ਡਿਫਰੈਂਟ ਦੇਗਾ ਹੋਰ ਡੀਲਰਾਂ ਤੋਂ ਜਾਂ ਹੋਰ ਮਾਰਕੀਟ ਤੋਂ ਜਾਂ ਫਿਰ ਆਰਗੇਨਾਈਜ਼ਡ ਮਾਰਕੀਟ ਤੋਂ, ਨਹੀਂ ਤਾਂ ਤੁਸੀਂ ਉਹਦੇ ਕੋਲ ਤੁਹਾਨੂੰ ਲੱਗੇਗਾ ਇਹ ਕਿ ਅਸਲੀ ਫੀਮ ਤਾਂ ਮੈਨੂੰ ਇਹਨੇ ਦਿੱਤੀ ਹੈ, ਯੈਸ, ਜਿਹਨੇ ਨਾਲ ਵਿੱਚ ਫੈਂਟਨਲ ਮਿਕਸ ਕੀਤੀ, ਯੈਸ, ਔਰ ਉਹ ਤਾਂ ਕਿੰਨੀ ਵਾਰ ਦੇਣੀ ਹੈਗੀ ਮਿਕਸਡ, ਸਿਰਫ 2 ਵਾਰ ਤੋਂ 3 ਵਾਰ, ਦੈਨ ਯੂ ਹੁਕਡ। ਫਿਰ ਤਾਂ ਤੁਸੀਂ ਉਹ ਤੋਂ ਹੀ ਲਓਗੇ ਕਿਉਂਕਿ ਉਹ ਮਿਕਸ ਕਰਕੇ ਦੇ ਰਿਹਾ ਹੈਗਾ, ਪਰ ਤੁਹਾਨੂੰ ਨਹੀਂ ਅੰਦਾਜ਼ਾ ਉਹਦਾ। ਇੱਕ ਸਮੇਂ ਆਉਂਦਾ ਹੈਗਾ ਜਦ ਤੁਹਾਨੂੰ ਅੰਦਾਜ਼ਾ ਹੋ ਵੀ ਜਾਂਦਾ, ਉਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ। ਕਿ ਕਾਦਰ ਖਾਨ ਸਾਹਿਬ ਇੱਕ ਆਪਣੇ ਬਾਲੀਵੁੱਡ ਦੇ ਕਾਫੀ ਅੱਛੇ ਰਾਈਟਰ ਰਹੇ, ਪੋਇਟ ਰਹੇ ਹੈਗੇ ਆ, ਉਹਨਾਂ ਦਾ ਇੱਕ ਪਲੇਸ ਹੈਗਾ, ਮੈਨੂੰ ਹਮੇਸ਼ਾ ਉਹਦੀ ਲਾਈਨ ਹਮੇਸ਼ਾ ਆਉਂਦੀ ਹੈਗੀ। ਉਹਨਾਂ ਦੇ ਪਲੇ ਹੈਗਾ ਇੱਕ ਉਹਨਾਂ ਦਾ, ਬਹੁਤ ਦੇਰ ਕਰਦੀ ਮਿਹਰਬਾਂ ਆਤੇ ਆਤੇ। ਡਰੱਗਸ ਬਾਰੇ ਜਦ ਵੀ ਮੈਂ ਗੱਲ ਕਰਦਾ ਮੇਰੇ ਜ਼ਿਹਨ 'ਚ ਇਹੀ ਸ਼ਬਦ ਆਉਂਦੇ ਰਹਿੰਦੇ ਕਿ ਬਹੁਤ ਦੇਰ ਕਰਦੀ ਮਿਹਰਬਾਂ ਆਤੇ ਆਤੇ। ਇਹ ਗੱਲ ਕਰਨ ਤੋਂ ਪਹਿਲਾਂ, ਇਸ ਮੁੱਦੇ ਤੋਂ ਇੱਦਾਂ ਮੁੱਦੇ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਬਹੁਤ ਦੇਰ ਕੀਤੀ ਹੋਈ ਆ। ਇਟ ਇਜ਼ ਟੂ ਲੇਟ, ਆਲਰੇਡੀ ਲੇਟ ਹੋ ਚੁੱਕਿਆ, ਚਾਹੇ ਆਪਾਂ ਪੰਜਾਬ ਬਾਰੇ ਕਹੀਏ ਚਾਹੇ ਆਪਾਂ ਇੱਥੇ ਬਾਰੇ ਕਹੀਏ। ਸੋ ਇੱਥੇ ਵੀ ਅਸੀਂ ਜਿਵੇਂ ਤੁਹਾਡੀ ਗੱਲ ਸੁਣ ਕੇ ਮੈਨੂੰ ਲੱਗ ਰਿਹਾ ਅਸੀਂ ਉਸ ਹਾਲਤ ਵਿੱਚ ਖੜੇ ਹਾਂ ਜਿਸ ਦੇ ਅੱਗੇ ਬਰਬਾਦੀ ਹੀ ਬਰਬਾਦੀ ਹੈ ਹੁਣ, ਜੇ ਅਸੀਂ ਇੱਕਦਮ ਕੋਈ ਮੋੜ ਨਹੀਂ ਕੱਟਦੇ। ਇੱਕਦਮ ਅਗਰ ਸਪੋਜ਼ਿੰਗਲੀ ਅਸੀਂ ਸੋਸ਼ਲੀ ਰਿਸਪੌਂਸਿਬਲ ਨਹੀਂ ਹੁੰਦੇ, ਆਪਣੇ ਬੱਚਿਆਂ ਦਾ ਖਿਆਲ ਨਹੀਂ ਰੱਖਦੇ, ਵੀ ਆਰ ਇਨ ਡਿਜ਼ਾਸਟਰ, ਆਲਰੇਡੀ ਇਨ ਡਿਜ਼ਾਸਟਰ, ਨਾਟ ਵੇਟਿੰਗ ਫॉर ਡਿਜ਼ਾਸਟਰ। ਅਸੀਂ ਉਸ ਰਾਹ ਦੇ ਉੱਤੇ ਤੁਰ ਪਏ ਹੈਗੇ ਹਾਂ। ਇਹਦੇ ਵਿੱਚ ਜਿਹੜਾ ਹੈਗਾ ਪੇਰੈਂਟਸ ਦੀ ਜਾਂ ਫੈਮਿਲੀ ਦੀ ਮੋਨੀਟਰਿੰਗ, ਅਵੇਅਰਨੈਸ ਕੈਂਪੇਨਸ ਬਹੁਤ ਜ਼ਰੂਰੀ ਹੈਗੇ। ਉੱਥੇ ਹੀ ਅਸੀਂ ਕੁਛ ਕੰਮ ਕਰ ਸਕਦੇ ਹਾਂ, ਉੱਥੇ ਅਸੀਂ ਫ਼ਰਕ ਲਿਆ ਸਕਦੇ ਹੈਗੇ। ਜੇ ਸਪੋਜ਼ਿੰਗਲੀ ਅਵੇਅਰਨੈਸ ਆਪਾਂ ਕਰਦੇ ਹੈਗੇ ਹਾਂ ਔਰ ਘਰ ਘਰ ਵਿੱਚ ਇਹ ਖਬਰ ਪਹੁੰਚਦੀ ਹੈਗੀ ਹੈ, ਦੈਨ ਸਾਡਾ ਕੋਈ ਚਾਂਸ ਹੈਗਾ ਸਰਵਾਈਵਲ ਦਾ। ਆਫਿਸਰ, ਤੁਸੀਂ ਆਪਣੇ ਫੈਂਟਨਲ ਦੀ ਗੱਲ ਕੀਤੀ ਹੈ, ਕਿਉਂਕਿ ਮੈਂ ਤਾਂ ਆਪ ਨਹੀਂ ਕਦੇ ਫੈਂਟਨਲ ਦੇਖੀ। ਫੈਂਟਨਲ ਕਿੰਨੀ ਕੁ ਖਤਰਨਾਕ ਹੈ, ਥੋੜ੍ਹਾ ਜਿਹਾ ਸਾਨੂੰ ਦੱਸ ਸਕਦੇ ਹੋ, ਐਕਸਪਲੇਨ ਕਰ ਸਕਦੇ ਹੋ? ਫੈਂਟਨਲ ਨੂੰ ਇੱਦਾਂ ਐਕਸਪਲੇਨ ਕਰੂੰਗਾ ਕਿ ਜੇ ਸੇਮ ਮਾਤਰਾ ਆਪਾਂ ਫੈਂਟਨਲ ਲਈਏ ਔਰ ਸੇਮ ਮਾਤਰਾ ਆਪਾਂ ਹੈਰੋਇਨ ਲਈਏ, ਤਾਂ ਜਿਹੜੀ ਫੈਂਟਨਲ ਹੈਗੀ ਆ ਉਹ 50 ਟਾਈਮਸ ਮੋਰ ਪੋਟੈਂਟ ਹੈਗੀ ਹੈ ਉਨੀ ਹੈਰੋਇਨ ਤੋਂ। ਉਹਦੇ 'ਚ ਜਿਹੜੀ ਸਟਰੈਂਥ ਹੈਗੀ 50 ਟਾਈਮਸ ਮੋਰ ਹੈਗੀ ਹੈ। ਜੇ ਆਪਾਂ ਮੋਰਫਿਨ ਨਾਲ ਕੰਪੇਅਰ ਕਰੀਏ ਤਾਂ ਮੋਰਫਿਨ ਨਾਲ 100 ਟਾਈਮਸ ਮੋਰ ਪੋਟੈਂਟ ਹੈਗੀ ਹੈ। ਉਹਦੇ ਇੱਕ ਹੋਰ ਤਰੀਕਾ ਹੈਗਾ ਇਹਨੂੰ ਸਮਝਣ ਦਾ, ਜਿੱਦਾਂ ਹੁਣ ਆਹ ਹੈ ਸ਼ੀਸ਼ੇ ਦੇ ਵਿੱਚ ਛੋਟਾ ਜਿਹਾ, ਜਿਹੜਾ ਕਿ ਕੈਮਰੇ 'ਤੇ ਪ੍ਰੋਬਬਲੀ ਦੱਸਣਾ ਮੁਸ਼ਕਿਲ ਹੈਗਾ, ਇਹ ਛੋਟਾ ਜਿਹਾ ਇਹਦੇ 'ਚ ਪੀਸ ਪਾਇਆ ਹੈਗਾ। ਸੋ ਬੇਸਿਕਲੀ ਆਹ ਜਿਹੜਾ ਪੀਸ ਹੈਗਾ ਇਹ ਪ੍ਰੋਬਬਲੀ ਅਗਰ ਅਸੀਂ ਇਕੁਅਲੀ ਇਹਨੂੰ 2 ਭਾਗਾਂ ਵਿੱਚ ਡਿਵਾਈਡ ਕਰੀਏ ਵੇਟ ਦੇ ਹਿਸਾਬ ਨਾਲ,
ਇੱਕ ਭਾਗ ਤੁਸੀਂ ਕੰਜ਼ਿਊਮ ਕਰੋ, ਇੱਕ ਭਾਗ ਮੈਂ ਕੰਜ਼ਿਊਮ ਕਰਾਂ, ਤੇ ਤੁਹਾਡਾ ਜਿਹੜਾ ਭਾਗ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਆ ਉਹ ਕਿੱਕ ਦੇਗਾ, ਮੇਰਾ ਜਿਹੜਾ ਭਾਗ ਹੈਗਾ ਉਹ ਮੈਨੂੰ ਓਵਰਡੋਜ਼ ਕਰ ਦੇਗਾ। ਉਸ ਕਰਕੇ ਜਿਸ ਵੇਲੇ ਤੁਸੀਂ weight ਦੀ ਮਾਤਰਾ ਨਾਲ ਡਿਵਾਈਡ ਕਰਦੇ ਹੋ ਤਾਂ ਉਹ ਇਕੁਅਲੀ ਡਿਵਾਈਡ ਹੁੰਦਾ ਹੀ ਨਹੀਂ ਹੈਗਾ। ਇੱਕ ਮਾਤਰਾ 'ਚ ਘੱਟ ਪੋਟੈਂਸੀ ਰਹਿ ਜਾਂਦੀ, ਦੂਜੇ ਦੇ ਵਿੱਚ ਇਹ ਜਿਹੜੀ ਹੈਗੀ ਪੋਟੈਂਸੀ ਜ਼ਿਆਦਾ ਰਹਿ ਜਾਂਦੀ ਹੈ, ਤਾਂ ਦੂਸਰਾ ਬੰਦਾ ਓਵਰਡੋਜ਼ ਹੋ ਕੇ ਮਰ ਜਾਏਗਾ, ਇੱਕ ਬੰਦਾ ਠੀਕ ਰਹੇਗਾ। ਦੂਸਰਾ ਇਹਦਾ ਇਹ ਪ੍ਰੋਬਲਮ ਹੈਗੀ ਹੈ। ਤੀਸਰੀ ਇਹਦੀ ਇਹ ਪ੍ਰੋਬਲਮ ਹੈਗੀ ਹੈ ਕਿ ਇਹ ਸਿਰਫ ਜਿਹੜੀ ਹੈਗੀ ਆ 2 mg ਮਿਕਸ ਕਰਨੀ ਹੈਗੀ ਹੈ। 2 mg ਜਿਹੜੀ ਹੈਗੀ ਉਹਦੇ ਵਿੱਚ ਓਵਰਡੋਜ਼ ਹੋ ਜਾਂਦਾ ਬੰਦਾ। ਨਾ ਸਿਰਫ 3 ਵਾਰ ਲਈ ਐਂਡ ਆਫਟਰ ਦੈਟ ਯੂ ਆਰ ਹੁਕਡ। ਕਿਸੇ ਵੀ ਚੀਜ਼ 'ਚ ਮਿਕਸ ਕੀਤੀ ਉਹਦੇ 'ਚ ਨਾ ਸਮੈਲ ਨਾ ਟੇਸਟ, ਪਤਾ ਹੀ ਨਹੀਂ ਲੱਗਣਾ। ਸਸਤੀ ਬਹੁਤ ਹੈਗੀ ਹੈ, ਈਜ਼ੀ ਮਿਕਸ ਕਰਨ ਤੇ ਈਜ਼ੀਲੀ ਤੁਸੀਂ ਮਿਕਸ ਕਰ ਸਕਦੇ ਹੋ, ਪਤਾ ਨਹੀਂ ਚੱਲਣਾ। ਸੋ ਦਿਸ ਇਜ਼ ਦੀ ਪ੍ਰੋਬਲਮ ਵਿਦ ਦਿਸ ਡਰਗ। ਔਰ ਇਸ ਡਰਗ ਨੇ ਜਿਹੜਾ ਹੈਗਾ ਪੂਰੇ ਦੇ ਪੂਰੇ ਜਿੰਨੇ ਡਰਗ ਟ੍ਰੇਡ ਹੈਗੇ ਆ ਉਹਨੂੰ ਜਿਹੜਾ ਹੈਗਾ ਐਸ ਫਾਰ ਐਸ ਜਿਹੜੇ ਸਪਲਾਈ ਚੇਨ ਹੈਗੀ ਆ ਉਹਨੂੰ ਜਿਹੜਾ ਹੈਗਾ ਕਾਫੀ ਉਹਨੂੰ ਹੱਲਾਸ਼ੇਰੀ ਦਿੱਤੀ ਹੈਗੀ ਹੈ। ਐਸ ਫਾਰ ਐਸ ਜਿਹੜੇ ਡਰਗ ਐਡਿਕਟਸ ਹੈਗੇ ਆ ਉਹਨਾਂ ਦੀ ਜਿਹੜੀ ਹਾਲਤ ਉਸ ਤੋਂ ਮਾੜੀ ਹੋਈ ਹੈਗੀ ਹੈ ਐਂਡ ਹੁਕਡ ਬੜੇ ਈਜ਼ੀਲੀ ਹੋ ਸਕਦੇ ਹੈਗੇ। ਉਸ ਤੋਂ ਬਾਅਦ ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੈਗਾ ਕਿਉਂਕਿ ਬਹੁਤ ਮੈਂ ਤੇ ਇਹ ਸੋਚਦਾ ਜਿਹੜੇ ਇਨਸਾਨ, ਜਿਹੜਾ ਸਮਾਜ ਦੁੱਧ ਵੀ ਨਹੀਂ ਸਹੀ ਵੇਚਦਾ, ਉਹਦੇ 'ਚ ਵੀ ਮਿਲਾਵਟ ਕਰਕੇ ਵੇਚਦਾ ਹੈ, ਉਹ ਨਸ਼ੇ ਕਿਵੇਂ ਸ਼ੁੱਧ ਵੇਚ ਲਏਗਾ ਉਹਦੇ 'ਚ? ਤੇ ਫਿਰ ਇਹ ਚੀਜ਼ ਮਿਲਾਏਗਾ ਨਸ਼ੇ ਤਾਂ ਜੀ ਪੱਕਾ ਇੱਦਾਂ ਹੀ ਵਿਕਣਗੇ, ਮਿਕਸ ਹੋ ਕੇ ਵਿਕਣਗੇ, ਕਿਉਂਕਿ ਹੋਰ ਕੋਈ ਰੀਜ਼ਨ ਨਹੀਂ ਹੈਗਾ ਕਿ ਤੁਸੀਂ ਇੱਕ ਜਿਹੜਾ ਕੋਈ ਵੀ ਜਿਹੜਾ ਡਰਗ ਡੀਲਰ ਹੈਗਾ ਉਹ ਤੋਂ ਜਾ ਕੇ ਤੁਸੀਂ ਖਰੀਦੋ। ਉਹਦੇ ਵਿੱਚ ਤਾਂ ਕੋਈ ਰੀਜ਼ਨ ਹੀ ਨਹੀਂ ਹੈਗਾ। ਰੀਜ਼ਨ ਇਹੀ ਹੋਊਗਾ ਕਿ ਉਹਦੇ ਵਿੱਚੋਂ ਤੁਹਾਨੂੰ ਜਿਹੜਾ ਹੈਗਾ ਨਸ਼ਾ ਜ਼ਿਆਦਾ ਮਿਲਦਾ, ਕਿੱਕ ਜ਼ਿਆਦਾ ਮਿਲਦਾ, ਜਾਂ ਥੋੜ੍ਹੀ ਮਾਤਰਾ ਕੰਜ਼ਿਊਮ ਕਰਦੇ ਹੈਗੇ ਆ, ਘੱਟ ਪੈਸਿਆਂ 'ਚ ਖਰੀਦਦੇ ਹੈਗੇ ਆ, ਔਰ ਕਿਉਂਕਿ ਇਹ ਸਸਤੀ ਹੈਗੀ ਹੈ ਤਾਂ ਉਹ ਤੁਹਾਨੂੰ ਸਸਤੇ 'ਚ ਮਿਲੇਗਾ, ਸੋ ਦੈਟ ਯੂ ਕੈਨ ਅਫੋਰਡ ਇਟ, ਵੈਰੀ ਈਜ਼ੀਲੀ ਅਫੋਰਡ ਇਟ। ਤਾਂ ਇਹ ਤਾਂ ਬੜਾ ਈਜ਼ੀ ਹੈਗਾ। ਦੂਸਰਾ ਜਿਹੜਾ ਸੋਸ਼ਲ ਮੀਡੀਆ ਆਪਣਾ ਹੈਗਾ, ਸੋਸ਼ਲ ਮੀਡੀਆ 'ਤੇ ਇਹਨੂੰ ਆਰਡਰ ਕਰਨਾ ਬੜਾ ਈਜ਼ੀ ਹੈਗਾ। ਤੁਸੀਂ ਉਹ ਮਾੜਾ ਜਿਹਾ ਟੈਕਸਟ ਕਰੋ ਜਾਂ ਕਿਸੇ ਨੂੰ ਮੈਸੇਜ ਭੇਜੋ ਤਾਂ ਉਹ ਆ ਕੇ ਤੁਹਾਡੇ ਜਿਹੜੇ ਹੈਗੇ ਡਰਾਈਵਵੇ 'ਤੇ ਤੁਹਾਡੇ ਸਟਰੀਟ 'ਤੇ ਛੱਡ ਜਾਂਦੇ ਹੈਗੇ। ਐਂਡ ਇੱਦਾਂ ਦੇ ਹਜ਼ਾਰਾਂ ਕੇਸਿਸ ਹੈਗੇ ਆ ਜਿਹਦੇ ਵਿੱਚ ਕਿ ਮਾਂ-ਬਾਪ ਇਹ ਕਹਿੰਦੇ ਹੈਗੇ ਕਿ ਬੱਚਾ ਸਾਡਾ ਸਭ ਠੀਕ ਠਾਕ ਸੀਗਾ, ਉਹਦੇ ਐਗਜ਼ਾਮਸ ਹੋਣ ਵਾਲੇ ਸੀਗੇ, ਕੁਝ ਸਟ੍ਰੈਸ ਸੀਗਾ ਐਗਜ਼ਾਮ ਤੋਂ, ਰਾਤ ਨੂੰ ਉਹਦਾ ਇੱਕ ਕੋਈ ਕਹਿੰਦਾ ਮੇਰਾ ਫਰੈਂਡ ਆਇਆ ਸੀਗਾ ਜਿਹੜਾ ਉਹਨੂੰ ਕੁਝ ਨੋਟਸ ਵਾਸਤੇ ਕੁਝ ਫੜਾ ਕੇ ਜਾ ਰਿਹਾ ਸੀਗਾ। ਮਾਰਨਿੰਗ ਜਦ ਅਸੀਂ ਉਹਨੂੰ ਦੇਖਿਆ ਤਾਂ ਉਹ 7 ਵਜੇ ਉਹਦੇ ਜਿਹੜੇ ਲਿਪ ਸੀਗੇ ਉਹ ਬਲੂ ਹੋਏ ਹੋ ਸੀਗੇ, ਤਾਂ ਉਹ ਗਿਆ ਸੀਗਾ। ਐਂਡ ਹੋਇਆ ਕੀ ਸੀਗਾ, ਉਹਨੂੰ ਕੋਈ ਕਿਸੇ ਫਰੈਂਡ ਤੋਂ ਉਹਨੂੰ ਉਹ ਮੰਗੀ ਸੀਗੀ ਕੋਈ ਕਿ ਸਲੀਪਿੰਗ ਪਿਲ ਸੀਗੀ। ਉਹ ਸਲੀਪਿੰਗ ਪਿਲ ਨਹੀਂ ਸੀਗੀ, ਉਹ ਜਿਹੜਾ ਸੀਗੇ ਫੈਂਟਲਨ ਮਿਕਸਡ ਪਿਲ ਸੀਗੀ। ਉਹ ਉਹਨੂੰ ਕੰਜ਼ਿਊਮ ਕੀਤੀ ਔਰ ਜ਼ਿਆਦਾ ਨਹੀਂ, ਉਹਦੀ ਕੋਈ ਵੈਲਿਊ ਬਹੁਤ ਜ਼ਿਆਦਾ ਨਹੀਂ, $10 $15 ਦੀਆਂ ਪਿਲਸ ਮਿਲਦੀਆਂ ਹੈਗੀਆਂ, ਕੱਲੀ ਪਿਲ। ਸੋ ਤੁਸੀਂ $10-15 'ਚ ਮੌਤ ਖਰੀਦ ਸਕਦੇ ਹੋ। ਜਾਂ ਮੌਤ ਖਰੀਦ ਸਕਦੇ ਹੋ, ਔਰ ਉਹ ਪਤਾ ਵੀ ਨਹੀਂ ਲੱਗਦਾ ਤੁਹਾਨੂੰ ਕਿ ਇਹ ਮੌਤ ਹੈਗੀ ਹੈ ਕਿਉਂਕਿ ਉਹਦੇ ਵਿੱਚ ਮਿਕਸਡ ਹੈਗਾ। ਸੋ ਇਸ ਕਰਕੇ ਤੁਹਾਨੂੰ ਇਹ ਅੰਦਾਜ਼ਾ ਵੀ ਨਹੀਂ ਹੁੰਦਾ। ਉਹ ਸਵੇਰੇ ਪਤਾ ਲੱਗਦਾ ਤੁਹਾਨੂੰ ਮਾਂ-ਬਾਪ ਨੂੰ ਕਿ ਬੱਚਾ ਬਿਸਤਰ ਦੇ ਵਿੱਚ ਉੱਠ ਨਹੀਂ ਰਿਹਾ ਐਂਡ ਹੀ ਇਜ਼ ਗੋਨ। ਅੱਛਾ, ਪਰ ਕਈ ਨਾ ਮੈਂ ਯੰਗ ਬੱਚੇ ਨੇ ਜਿਹੜੇ, ਉਹਨਾਂ ਨਾਲ ਜਦੋਂ ਗੱਲ ਕਰੀਦੀ ਹੈ, ਨੌਜਵਾਨ ਨੇ ਜਿਹੜੇ, ਉਹ ਕਹਿੰਦੇ ਨੇ ਜੀ, ਕਿਉਂਕਿ ਕਹਿੰਦੇ ਜੀ ਉਹ ਅੱਜ ਕੱਲ੍ਹ ਜਿਹੜੇ ਆਹ ਸਿੰਗਰਸ ਨੇ, ਬੜੇ ਗਲੋਬਲ ਸਟਾਰ ਨੇ, ਉਹ ਚਾਹੇ ਵੈਸਟਰਨ ਹੋਣ ਚਾਹੇ ਪੰਜਾਬੀ ਹੋਣ, ਅਤੇ ਉਹ ਬੱਚੇ ਕਹਿੰਦੇ ਨੇ ਕਿ ਉਹ ਜਿਹੜਾ ਫਲਾਣਾ ਬੈਂਡ ਹੈ ਉਹ ਵੀ ਤਾਂ ਡਰੱਗ ਲੈਂਦੇ ਨੇ, ਉਹ ਤਾਂ ਇੰਨੀ ਦੇਰ ਦੇ ਬੜੇ ਕਾਮਯਾਬ ਨੇ। ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਵੀ ਇਹ ਕੁਛ ਨੋਰਮਲ ਹੈ, ਕੁਛ ਇਹੋ ਜਿਹੀ ਚੀਜ਼ ਹੈ ਜਿਹੜੀ ਅਸੀਂ ਵੀ ਟਰਾਈ ਕਰ ਸਕਦੇ ਹਾਂ। ਅਤੇ ਨਾਲ ਉਹ ਆਰਗੂਮੈਂਟ ਦਿੰਦੇ ਨੇ ਕਿ ਅਸੀਂ ਕਿਹੜੇ ਪੱਕਾ ਲੱਗਣਾ, ਅਸੀਂ ਤਾਂ 1-2 ਵਾਰ ਸਿਰਫ ਕਰਕੇ ਦੇਖਣਾ, ਐਕਸਪੀਰੀਅੰਸ ਲੈਣਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਜਿਵੇਂ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਇਹਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ। ਪਹਿਲਾਂ ਜਿਹੜਾ ਹੈਗਾ ਉਹ ਕਹਿੰਦੇ ਹੈਗੇ ਕਿ ਜਿਹੜੇ ਹਾਲੀਵੁੱਡ ਸਟਾਰਸ ਜਾਂ ਜਿਹੜੇ ਸਿੰਗਰਸ ਹੈਗੇ, ਆਪਣੇ ਵੀ ਸਿੰਗਰਸ, ਉਹ ਸਾਰੇ ਕੰਜ਼ਿਊਮ ਕਰਦੇ ਹੈਗੇ, ਸੋ ਵਾਟਸ ਰੋਂਗ ਇਨ ਇਟ? ਐਬਸੋਲੂਟਲੀ ਰਾਈਟ। ਬਟ ਕਿਆ ਅਸੀਂ ਇਹ ਦੇਖਿਆ ਹੈਗਾ ਕਿ ਈਵਨ ਹਾਲੀਵੁੱਡ ਦੇ ਜਿਹੜੇ ਹੈਗੇ ਆ, ਹੀਥ ਲੈਜਰ, ਓਕੇ, ਐਂਡ ਮੈਨੀ ਮੋਰ, ਵਿਟਨੀ ਹਿਊਸਟਨ, ਦੇ ਆਲ ਡਾਈਡ ਆਫ ਓਵਰਡੋਜ਼ਸ। ਐਂਡ ਉਹਨਾਂ ਦੀ ਜਿਹੜੀ ਓਵਰਡੋਜ਼ਸ ਹੈਗੀਆਂ, ਓਵਰਡੋਜ਼ਸ ਔਨ ਡਰੱਗਸ ਜਿਹੜੀਆਂ ਸੀਗੀਆਂ ਉਹ ਕਿਹਾ ਜਾਂਦੀਆਂ ਹੈਗੀਆਂ ਕਿ ਪ੍ਰੋਬੇਬਲੀ ਉਹ ਕਲੀਨ ਡਰੱਗ ਸੀਗੀਆਂ, ਉਹਦੇ ਉੱਤੇ ਓਵਰਡੋਜ਼ ਹੋਏ ਸੀਗੇ। ਲਾਈਕ ਮੋਸਟ ਆਫ ਇਟ ਜਿਹੜੇ ਸੀਗੇ ਕੋਕੇਨ ਐਡਿਕਸ਼ਨ ਸੀਗੀ, ਬਟ ਡੈਥਸ ਹੈਗੀਆਂ ਉੱਥੇ। ਅਗਰ ਸਪੋਜ਼ ਤੁਸੀਂ ਹਾਲੀਵੁੱਡ ਇੰਡਸਟਰੀ 'ਚ ਦੇਖੋ, ਯੈਸ ਦੇਰ ਇਜ਼ ਐਡਿਕਸ਼ਨ ਬਟ ਦੇਰ ਇਜ਼ ਡੈਥ ਟੂ। ਦ ਸੈਕਿੰਡ ਪਾਰਟ ਆਫ ਇਟ ਇਜ਼ ਦੈਟ ਉਹ ਉਸ ਵੇਲੇ ਸੀਗਾ ਜਿਸ ਵੇਲੇ ਡਰੱਗਸ ਜਿਹੜੀਆਂ ਸੀਗੀਆਂ ਉਸ ਫਾਰਮ 'ਚ ਹੀ ਮਿਲਦੀਆਂ ਸੀਗੀਆਂ, ਉਸ ਵੇਲੇ ਵੀ ਇਹ ਹੋਏ ਸੀਗੇ। ਪਰ ਜੇ ਤੁਸੀਂ ਹੁਣ ਦੀ ਗੱਲ ਕਰੋ, ਹੁਣ ਦੇ ਵਿੱਚ ਤਾਂ ਇੰਕਰੀਜ਼ ਹੋਇਆ ਹੈਗਾ, ਹੁਣ ਦੇ ਵਿੱਚ ਤਾਂ ਗੇਮ ਚੇਂਜਰ ਹੈਗਾ। ਇਹ ਗੇਮ ਚੇਂਜਰ ਤਾਂ ਉਦੋਂ ਸੀਗਾ ਨਹੀਂ, ਬਟ ਐਡਿਕਸ਼ਨ ਤੋਂ ਡੈਥਸ ਤਾਂ ਉਸ ਵੇਲੇ ਵੀ ਹੋਈਆਂ ਹੈਗੀਆਂ। ਸੋ ਇਹ ਕਹਿ ਲੈਣਾ ਕਿ ਉਹ ਵੀ ਲੈਂਦੇ ਹੈਗੇ ਤਾਂ ਉਹ ਇਹ ਤੋਂ ਸੇਫ ਤਾਂ ਨਹੀਂ ਹੈਗੇ। ਉਹਨਾਂ ਦੀ ਵੀ ਹੋ ਰਹੀਆਂ, ਓਵਰਡੋਸਿਸ ਤਾਂ ਉਹਨਾਂ ਦੀਆਂ ਵੀ ਹੋ ਰਹੀਆਂ। ਮਾਈਕਲ ਜੈਕਸਨ ਦਾ ਜੋ ਅੰਤ ਹੋਇਆ ਉਹ ਵੀ ਸਾਰਿਆਂ ਨੇ, ਮਾਈਕਲ ਜੈਕਸਨ, ਹੀਥ ਲੈਜਰ। ਜੇ ਤੁਸੀਂ ਦੂਜੇ ਪਾਸੇ ਦੇਖੋ, ਡੀ ਐਡਿਕਸ਼ਨ ਦੀ ਗੱਲ ਕਰੀਏ ਤਾਂ ਹਾਲੀਵੁੱਡ ਦੇ ਵਿੱਚ ਹੀ ਆਪਾਂ ਗੱਲ ਕਰਦੇ ਹੈਗੇ, ਬੈਨ ਐਫਲੈਕ ਹੈਗਾ, ਮੈਟ ਡੇਮਨ ਹੈਗਾ,
ਐਂਡ ਦੇਰ ਕਪਲ ਆਫ ਅਦਰਸ ਜਿਨ੍ਹਾਂ ਨੇ ਇਹ ਸਭ ਕੁਝ ਛੱਡਿਆ ਹੈਗਾ, ਐਲਕੋਹਲ ਤੱਕ ਛੱਡੀ ਉਹਨਾਂ ਨੇ, ਪੂਰੇ ਐਬਸੋਲੂਟਲੀ ਸੋਬਰ ਹੋਏ ਆ। ਔਰ ਉਹ ਇਸ ਕਰਕੇ ਹੋਏਗਾ ਕਿ ਕਹਿੰਦੇ ਕਿ ਲਾਈਫ ਜਿਹੜੀ ਸੀਗੀ ਇਟ ਵਾਸ ਨਾਟ ਮੂਵਿੰਗ ਐਜ਼ ਇਟ ਵਾਸ, ਮਨੀ ਸੀਗਾ, everything was there but this was missing and we couldn't work properly, ਅਸੀਂ ਕੰਮ ਨਹੀਂ ਕਰ ਪਾਉਂਦੇ ਸੀ, ਆਪਣੇ ਕੰਮ ਤੇ ਫੋਕਸ ਨਹੀਂ ਕਰ ਪਾਉਂਦੇ ਸੀ, ਫੈਮਲੀਜ਼ ਡਿਸਟਰੋਏ ਹੋ ਰਹੀਆਂ ਸੀਗੀਆਂ। ਉੱਥੇ ਹਜ਼ਾਰ ਇੱਦਾਂ ਦੀਆਂ ਐਗਜ਼ਾਮਪਲਾਂ ਹੈਗੀਆਂ। ਸੋ ਇਹ ਕਹਿਣਾ ਕਿ ਉਹ ਲੈਂਦੇ ਹੈਗੇ ਤਾਂ ਅਸੀਂ ਲਈਏ, ਆਈ ਥਿੰਕ ਇਹ ਜਸਟੀਫਾਈਡ ਨਹੀਂ ਹੈਗਾ, ਇਟਸ ਨਾਟ ਜਸਟੀਫਾਈਡ। ਤੁਸੀਂ ਪੁਲਿਸ ਆਫੀਸਰ ਹੋ, ਤੁਹਾਡਾ ਜਿਹੜੇ ਰੀਅਲ ਜਿਹੜੇ ਵਿਕਟਮ ਨੇ ਨਸ਼ਿਆਂ ਦੇ ਉਹਨਾਂ ਨਾਲ ਵਾਹ ਪੈਂਦਾ, ਤੁਸੀਂ ਡੈਥ ਦੇਖਦੇ ਹੋ, ਲੋਕਾਂ ਨੂੰ ਮਰਦੇ ਦੇਖਦੇ ਹੋ, ਤੁਸੀਂ ਯੂਥ ਨੂੰ ਉਹਨਾਂ ਨੂੰ ਦੇਖਿਆ ਜਿਹੜੇ ਬਰਬਾਦੀ ਦੇ ਕੰਢੇ ਤੇ ਨੇ। ਤੁਹਾਡੀ ਪੈਰੈਂਟਸ ਨੂੰ ਜਾਂ ਨੌਜਵਾਨਾਂ ਨੂੰ ਆਖਰੀ ਸਲਾਹ ਇਸ ਤੋਂ ਕਿਵੇਂ ਬਚ ਸਕਦੇ ਨੇ? ਬੇਸਿਕਲੀ ਸਭ ਤੋਂ ਇੰਪੋਰਟੈਂਟ ਤਾਂ ਚੀਜ਼ ਇਹ ਹੈਗੀ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ, ਖੁਦ ਮੋਨੀਟਰ ਕਰੋ, ਔਨ ਅ ਡੇਲੀ ਬੇਸਿਸ ਮੋਨੀਟਰ ਕਰੋ। ਔਰ ਮੋਨੀਟਰਿੰਗ ਹੀ ਨਹੀਂ, ਸਭ ਤੋਂ ਪਹਿਲਾਂ ਤਾਂ ਉਹਦੀ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਆ। ਸੋ ਇੱਦਾਂ ਦੇ ਪ੍ਰੋਗਰਾਮਸ ਲੈ ਕੇ ਜਾਓ ਜਾਂ ਫਿਰ ਇੱਦਾਂ ਦੇ ਲਿਟਰੇਚਰ ਖੁਦ ਪੜ੍ਹੋ ਜਿੱਥੋਂ ਤੁਸੀਂ ਆਪਣੇ ਬੱਚੇ ਨੂੰ ਐਜੂਕੇਟ ਕਰ ਸਕੋ। ਅਸੀਂ ਇੱਥੇ ਫੋਰਮਸ ਕਰਦੇ ਹੈਗੇ, ਜਿੱਦਾਂ ਅਗਲੇ 3 ਸੰਡੇ ਅਸੀਂ ਗੁਰਦੁਆਰਿਆਂ 'ਚ ਫੋਰਮ ਕਰ ਰਹੇ ਹੈਗੇ ਆ, ਉੱਥੇ ਲੈ ਕੇ ਆਓ, ਉੱਥੇ ਸਵਾਲ ਪੁੱਛੋ, ਬਹਿ ਕੇ ਸਾਡੀ ਗੱਲ ਸੁਣੋ, ਜਾਂ ਜੋ ਹੋਰ ਕੋਈ ਐਕਸਪਰਟਸ ਹੈਗੇ ਉਹਨਾਂ ਦੀ ਗੱਲ ਸੁਣੋ, ਜਾਂ ਫਿਰ ਅੱਜ ਕੱਲ੍ਹ ਤਾਂ ਬਿਲਕੁਲ ਸਿੰਪਲ ਹੈਗਾ, YouTube ਹੈਗਾ, ਤੁਹਾਡੇ ਕੋਲ ਗੂਗਲ ਹੈਗਾ, ਜਸਟ ਗੂਗਲ ਇਟ, ਫਾਈਂਡ ਆਊਟ ਅਵੇਅਰਨੈਸ ਇਜ਼ ਕੀ। ਜਿਹੜਾ ਪੋਰਚੁਗਲ ਮਾਡਲ ਆਫ ਡੀਕ੍ਰਿਮੀਨਲਾਈਜੇਸ਼ਨ ਆਫ ਡਰੱਗ ਹੈਗਾ, ਜਿੱਥੋਂ ਕਿ ਦੁਨੀਆ ਦੇ ਸਾਰਿਆਂ ਵਿੱਚ ਡੀਕ੍ਰਿਮੀਨਲਾਈਜੇਸ਼ਨ ਦੀ ਆਪਾਂ ਕੀ ਕਹਿੰਦੇ ਹੈਗੇ ਧਾਰਨਾ ਜਿਹੜੀ ਹੈਗੀ ਹੈ ਟਰੈਵਲ ਕਰ ਰਹੀ ਹੈ, ਉੱਥੇ ਇੱਕੋ ਚੀਜ਼ ਉਹਨਾਂ ਨੇ ਪਹਿਲਾਂ ਕੀਤੀ ਸੀਗੀ, ਅਵੇਅਰਨੈਸ ਅਵੇਅਰਨੈਸ ਐਂਡ ਅਵੇਅਰਨੈਸ ਐਂਡ ਅਵੇਅਰਨੈਸ। ਉਹਨਾਂ ਨੇ ਬੇਸ਼ੁਮਾਰ ਉਹਦੇ 'ਤੇ ਰਿਸਰਚ ਔਰ ਪੈਸਾ ਖਰਚ ਕੀਤਾ। ਆਈ ਥਿੰਕ ਦੈਟ ਇਜ਼ ਦ ਪਲੇਸ ਵੀ ਨੀਡ ਟੂ ਸਟਾਰਟ। ਐਂਡ ਅੱਜ ਜੋ ਮੈਂ ਇੱਥੇ ਬੈਠਾ ਹੈਗਾ ਉਸੇ ਮੁੱਦੇ ਨੂੰ ਲੈ ਕੇ ਬੈਠਾ ਹੈਗਾ ਕਿ ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ ਐਂਡ ਆਈ ਐਮ ਰੈਡੀ ਟੂ ਵਾਕ ਐਨੀ ਡਿਸਟੈਂਸ ਫॉर दैट पर्टिकुलर थिंग। ਬਹੁਤ ਸ਼ੁਕਰੀਆ, ਥੈਂਕ ਯੂ। Thank you so much for having me.